ਤਿੰਨੇ ਖੇਤੀ ਆਰਡੀਨੈਂਸਾਂ ਤੇ ਸੱਤਾ ਧਿਰ ਫਾਇਦੇ ਗਿਣਾਉਂਦੀ ਰਹੀ ਹੈ। ਕੇਂਦਰ ਦੀ ਸਰਕਾਰ ਦੇ ਵਜ਼ੀਰ ਇਸ ਦੇ ਫਾਇਦੇ ਗਿਣਾਉਂਦੇ ਰਹੇ ਹੈ। ਖੇਤੀਬਾੜੀ ਮੰਤਰੀ ਕਹਿੰਦੇ ਰਹੇ ਹੈ ਕਿ ਗੁੰਮਰਾਹ ਨਾ ਕੀਤਾ ਜਾਵੇ, MSP ਨਹੀਂ ਖਤਮ ਹੋਊਗੀ ਤੇ ਇਹਨਾਂ ਤਿੰਨਾਂ ਆਰਡੀਨੈਂਸਸ ਦੇ ਨਾਲ ਕਿਸਾਨ ਨੂੰ ਫਾਇਦਾ ਹੋਊਗਾ। ਪਰ ਪੰਜਾਬ ਦਾ ਚੇਤਨ ਕਿਸਾਨ ਉੱਠਿਆ ਤੇ ਉਸਨੇ ਕਿਹਾ ਕਿ ਨਹੀਂ, ਸਾਨੂੰ ਮੂਰਖ ਨਾ ਬਣਾਓ। ਆਉਣ ਵਾਲਾ ਸਮਾਂ ਇਹਨਾਂ ਆਰਡੀਨੈਂਸਸ ਕਰਕੇ ਜਦੋਂ ਇਹ ਕਾਨੂੰਨ ਬਣ ਜਾਂਦੇ ਹੈ, ਲਾਗੂ ਹੁੰਦੇ ਹੈ, ਤਾਂ ਕਿਸਾਨ ਵਾਸਤੇ ਕੋਈ ਬਹੁਤਾ ਚੰਗਾ ਨਹੀਂ, ਕਿਸਾਨ ਮਰ ਜੂਗਾ ਇਹਦੇ ਨਾਲ। ਬਹੁਤ ਚਰਚਾ ਹੋ ਰਹੀ ਹੈ ਔਰ ਲਾਜ਼ਮੀ ਹੈ ਕਿ ਪੰਜਾਬ ਦਾ ਕਿਸਾਨ ਇਸ ਨੂੰ ਕਿਵੇਂ ਦੇਖਦਾ, ਇਸ ਤੇ ਚਰਚਾ ਕਰੀਏ। ਭਾਰਤੀ ਕਿਸਾਨ ਯੂਨੀਅਨ ਰਾਜੇਵਾਲ ਦੇ ਪ੍ਰਧਾਨ ਬਲਬੀਰ ਸਿੰਘ ਰਾਜੇਵਾਲ ਸਾਹਿਬ ਸਾਡੇ ਨਾਲ ਨੇ। ਸਤਿ ਸ਼੍ਰੀ ਅਕਾਲ ਜੀ, ਬਹੁਤ ਬਹੁਤ ਸਵਾਗਤ ਹੈ। ਬਹੁਤ ਮਿਹਰਬਾਨੀ ਜੀ। ਰਾਜੇਵਾਲ ਸਾਹਿਬ, ਤੁਹਾਡਾ ਪਹਿਲਾ ਟੇਕ ਜਦੋਂ ਪਹਿਲੀ ਵਾਰ ਤੁਸੀਂ ਆਰਡੀਨੈਂਸਸ ਪੜ੍ਹੇ ਤਿੰਨੇ, ਤਾਂ ਪਹਿਲਾ ਟੇਕ ਕੀ ਸੀਗਾ ਜੀ? ਮੈਂ ਮਹਿਸੂਸ ਕੀਤਾ ਭਈ ਇਹਦੇ ਨਾਲ ਕਿਸਾਨਾਂ ਦਾ ਬਹੁਤ ਵੱਡਾ ਨੁਕਸਾਨ ਹੋਏਗਾ ਔਰ ਸਰਕਾਰ ਕਾਰਪੋਰੇਟ ਐਗਰੀਕਲਚਰ ਵੱਲ ਵਧ ਰਹੀ ਹੈ। ਤਾਂ ਇਸ ਕਰਕੇ ਮੈਂ ਉਦੋਂ ਹੀ ਪੜ੍ਹ ਕੇ ਉਹਨੂੰ ਪਹਿਲਾਂ ਡਿਟੇਲ 'ਚ ਪੜ੍ਹਿਆ, 2 ਵਾਰੀ ਪੜ੍ਹਿਆ। ਉਹ ਤੋਂ ਬਾਅਦ ਮੈਂ ਸੋਚਿਆ ਵੀ ਇਹ ਤਾਂ ਸਰਕਾਰ ਇਸ ਪਾਸੇ ਤੁਰ ਪਈ, ਭਵਿੱਖ ਖੇਤੀ ਦਾ ਨਹੀਂ ਰਹਿਣਾ। ਇਹ ਤੋਂ ਪਹਿਲਾਂ ਮੇਰੇ ਦਿਮਾਗ ਵਿੱਚ ਇੱਕ ਜ਼ਿਹਨ 'ਚ ਫਸੀ ਸੀ ਗੱਲ। ਅਕਤੂਬਰ 2017 'ਚ ਨੀਤੀ ਆਯੋਗ ਨੇ ਇੱਕ ਮੀਟਿੰਗ ਸੱਦੀ, ਜਿਹਦੇ 'ਚ ਇੱਥੋਂ ਪੰਜਾਬ 'ਚੋਂ ਮੈਨੂੰ ਸੱਦਿਆ, ਰਾਜਸਥਾਨ ਤੋਂ ਰਾਮਪਾਲ ਜਾਟ ਜੀ ਸੱਦੇ ਤੇ ਮਹਾਰਾਸ਼ਟਰ ਤੋਂ ਸੀ ਵਿਜੇ ਜਵੰਦੀਆ, ਬਹੁਤ ਪੁਰਾਣੇ ਕਿਸਾਨ ਲੀਡਰ ਨੇ। ਤੇ ਉੱਥੇ ਕੋਈ 100 ਬੰਦਾ ਸੀ ਹਾਜ਼ਰ ਮੀਟਿੰਗ 'ਚ। ਤੇ ਸਾਡੇ ਅਰਥ ਸ਼ਾਸਤਰੀ, ਜਿਹੜੇ ਸਰਕਾਰੀ ਅਰਥ ਸ਼ਾਸਤਰੀ ਤੇ ਦੂਸਰੇ, ਪਲੱਸ ਕਾਰਪੋਰੇਟ ਹਾਊਸਿਸ, ਕਿਸੇ ਦਾ CEO, ਕਿਸੇ ਦਾ ਕੰਪਨੀ ਦਾ ਮਾਲਕ ਖੁਦ, ਤੇ ਸਾਡੇ ਵੱਡੇ ਉੱਚ ਅਧਿਕਾਰੀ, ਉਹ ਸਾਰੇ ਮੀਟਿੰਗ 'ਚ ਹਾਜ਼ਰ ਸੀ। ਤੇ ਮੀਟਿੰਗ ਦਾ ਏਜੰਡਾ ਇਹ ਸੀ ਵੀ ਖੇਤੀ ਦਾ ਗਰੋਥ ਰੇਟ ਘਟ ਰਿਹਾ ਹੈ, ਹਾਊ ਟੂ ਰਿਵਾਈਵ ਇਟ। ਤੇ ਮੈਨੂੰ ਲੱਗਿਆ ਵੀ ਉਹ ਸਾਰਾ ਗਿਣੀ ਮਿਥੀ ਖੇਡ ਸੀ। ਜਦੋਂ ਪਹਿਲੇ ਹੀ ਸਭ ਤੋਂ ਪਹਿਲਾਂ ਸ਼ੁਰੂ ਕਰਨ ਵੇਲੇ ਇਹ ਕਹਿ ਦਿੱਤਾ ਗਿਆ ਵੀ 1 ਵਜੇ ਖਤਮ ਹੋ ਜਾਣੀ ਹੈ ਮੀਟਿੰਗ, 10 ਵਜੇ ਸ਼ੁਰੂ ਕੀਤੀ। ਤੇ ਸਭ ਤੋਂ ਪਹਿਲਾ ਸੱਜਣ ਜਿਹੜਾ ਬੋਲਿਆ, ਇੱਕ ਅਰਥ ਸ਼ਾਸਤਰੀ ਸਰਕਾਰੀ, ਉਹਨੇ ਕਿਹਾ ਜੀ ਖੇਤੀ 'ਚ ਇਨਵੈਸਟਮੈਂਟ ਦੀ ਲੋੜ ਹੈ, ਉਹ ਤੇ ਬਿਨਾਂ ਰਿਵਾਈਵ ਨਹੀਂ ਹੋ ਸਕਦੀ। ਇਨਵੈਸਟਮੈਂਟ ਕਿਸਾਨ ਦੇ ਪੱਲੇ ਤਾਂ ਕੋਈ ਹੈ ਨਹੀਂ, ਉਹ ਤਾਂ ਖੁਦਕੁਸ਼ੀਆਂ ਕਰ ਰਿਹਾ, ਕਰਜ਼ੇ 'ਚ ਫਸੇ ਹੈ। ਤੇ ਰਿਕੁਐਸਟ ਕੀਤੀ ਜਾਏ ਕਾਰਪੋਰੇਟ ਹਾਊਸਿਸ ਨੂੰ ਵੀ ਉਹ ਖੇਤੀ 'ਚ ਇਨਵੈਸਟ ਕਰਨ। ਉਹਨੇ ਆਪਣੀ ਗੱਲ ਖਤਮ ਕੀਤੀ, ਨਾਲ ਹੀ ਇੱਕ ਕਾਰਪੋਰੇਟ ਹਾਊਸ ਦਾ ਇੱਕ ਬੰਦਾ ਉੱਠਿਆ, ਉਹਨੂੰ ਟਾਈਮ ਦਿੱਤਾ। ਉਹਨੇ ਕਿਹਾ ਜੀ ਵੀ ਆਰ ਰੈਡੀ ਟੂ ਇਨਵੈਸਟ, ਪਰ ਸਾਡੀਆਂ ਕੁਝ ਸ਼ਰਤਾਂ ਨੇ। ਸਾਡੀ ਸ਼ਰਤ ਇਹ ਹੈ ਬਈ ਸਾਨੂੰ 5-5, 7-7 ਹਜ਼ਾਰ ਏਕੜ ਦੇ ਜ਼ਮੀਨ ਦੇ ਕਲਸਟਰ ਬਣਾ ਕੇ ਦੇ ਦਿਓ। ਉੱਥੇ ਜ਼ਮੀਨ ਦਾ ਰੈਂਟ ਤੁਸੀਂ ਜੋ ਮਰਜ਼ੀ ਤੈਅ ਕਰ ਦਿਓ, ਅਸੀਂ ਸਰਕਾਰੀ ਖਜ਼ਾਨੇ ਜਮ੍ਹਾਂ ਕਰ ਦਾਂਗੇ ਤੇ ਉਹ ਅੱਗੇ ਤੁਸੀਂ ਜ਼ਮੀਨ ਦੇ ਮਾਲਕ ਨੂੰ ਪੇ ਕਰ ਦਿਓ। ਪਰ ਸ਼ਰਤ ਇਹ ਹੈ ਵੀ ਉਹ ਸਾਡੇ ਕੰਮ 'ਚ ਦਖਲ ਨਾ ਦੇਵੇ, ਖੇਤੀ ਅਸੀਂ ਕਰਾਵਾਂਗੇ। ਮੈਂ ਉਦੋਂ ਚੌਂਕਿਆ ਵੀ ਦੇਖੋ, ਪਹਿਲਾਂ ਬੋਲਿਆ ਉਸੇ ਲਾਈਨ 'ਚ ਇਹਨੇ ਬੋਲਿਆ, ਉਹ ਤੇ ਬਾਅਦ ਫਿਰ ਲੜੀ ਸ਼ੁਰੂ ਹੋ ਗਈ। ਇੱਕ ਤੋਂ ਬਾਅਦ ਦੂਜਾ, ਜਿੰਨੇ ਬੋਲਦੇ ਚਲੇ ਗਏ ਇਹੀ ਕਹਿੰਦੇ ਚਲੇ ਗਏ ਵੀ ਜੀ ਖੇਤੀ ਜਿਹੜੀ ਆ ਘਾਟੇ ਦਾ ਸੌਦਾ ਹੈ, ਹੁਣ ਕਿਸਾਨ ਦੇ ਵਾਸਤੇ ਰੋਗ ਨਹੀਂ, ਇਹਦੇ 'ਚ ਕਾਰਪੋਰੇਟਸ ਨੂੰ ਇਨਵੋਲਵ ਕਰਨਾ ਬਹੁਤ ਜ਼ਰੂਰੀ ਹੋ ਗਿਆ, ਸਮਾਂ ਆ ਗਿਆ, ਪੁਰਾਣੀ ਖੇਤੀ ਨਹੀਂ ਰਹੀ, ਕੋਈ ਕੁਝ ਕਹੇ ਕੋਈ ਕੁਛ ਹੈ। ਇਸ ਤਰ੍ਹਾਂ ਕਰਦੇ ਕਰਦੇ ਜਦੋਂ ਮੇਰੀ ਵਾਰੀ ਆਈ, ਉਹਨਾਂ ਨੇ ਮੇਰੀ ਵਾਰੀ ਕੱਟਤੀ। ਕਹਿੰਦੇ ਇਹਨਾਂ ਦੀ ਗੱਲ ਬਾਤ ਸੁਣਾਂਗੇ। ਫਿਰ ਰਾਮਪਾਲ ਜਾਟ ਦੀ ਵਾਰੀ ਕੱਟੀ, ਵਿਜੇ ਜਵੰਦੀਆ ਦੀ ਵਾਰੀ ਕੱਟੀ, ਸਾਰੇ 12:30 ਵੱਜ ਗਏ। ਤੇ ਮੈਂ ਉੱਠ ਕੇ, ਇੱਕੋ ਦਰਵਾਜ਼ਾ ਸੀ, ਉਹਨੂੰ ਕੁੰਡੀ ਲਾ ਕੇ ਉੱਚੀ ਆਵਾਜ਼ 'ਚ ਕਿਹਾ ਵੀ ਮਿਸਟਰ ਚੇਅਰਮੈਨ, ਸਾਨੂੰ ਹਾਜ਼ਰੀ ਲਾਉਣ ਵਾਸਤੇ ਸੱਦਿਆ? ਨਹੀਂ ਨਹੀਂ ਨਹੀਂ, ਆਪਕੀ ਬਾਤ ਸੁਣੇਗੇ। ਮੈਂ ਕਿਹਾ ਜੇ ਸੁਣਨੀ ਹੁੰਦੀ ਤੁਸੀਂ ਸਾਡਾ ਨੰਬਰ ਨਾ ਕੱਟਦੇ। ਹੁਣ ਅੱਧਾ ਘੰਟਾ ਰਹਿ ਗਿਆ ਤੇ ਮੈਂ ਇੱਥੇ ਖੜਾ, ਜਦੋਂ ਤੁਸੀਂ ਮੈਸੇਜ ਦੇਣਾ ਚਾਹੁੰਦੇ ਹੋ, ਮੈਂ ਇਹਦੇ ਉਲਟ ਮੈਂ ਮੈਸੇਜ ਦੇਣਾ ਚਾਹੁੰਦਾ ਆਪਣੇ ਭਾਈਚਾਰੇ ਨੂੰ। ਤੁਸੀਂ ਇਹ ਕਹਿਣਾ ਚਾਹੁੰਦੇ ਹੋ ਵੀ ਕਿਸਾਨਾਂ ਦੇ ਆਗੂ ਵਿੱਚ ਸੀ, ਫੇਰ ਇਹ ਫੈਸਲਾ ਹੋਇਆ। ਮੈਂ ਦੱਸਣਾ ਚਾਹੁੰਦਾ ਵੀ ਨਹੀਂ, ਤੁਸੀਂ ਸਾਨੂੰ ਪੁੱਛਿਆ ਹੀ ਨਹੀਂ, ਤੁਹਾਡਾ ਘੜਿਆ ਘੜਾਇਆ ਫੈਸਲਾ ਹੈ। ਇਹਦੇ ਲਈ ਮੈਂ ਆ ਕੁੰਡੀ ਦਿੱਤੀ ਲਾ, ਤੁਹਾਡੇ 'ਚ ਹਿੰਮਤ ਹੈ ਕੋਈ ਮੈਨੂੰ ਕੁੱਟ ਕੇ ਭਾਵੇਂ ਬਾਹਰ ਨਿਕਲ ਜਾਓ, ਨਹੀਂ ਬਾਹਰ ਨਹੀਂ ਨਿਕਲਣ ਦਿੰਦਾ। ਮੀਟਿੰਗ 3 ਵਜੇ ਤੱਕ ਚੱਲੀ, ਸਾਡੇ ਸਾਰਿਆਂ ਦੀ ਗੱਲ ਸੁਣੀ ਤੇ ਮੈਂ ਉਹਦੇ ਉੱਤੇ ਇੱਕ ਗੱਲ ਕਹਿ ਕੇ ਆਇਆ ਜਿਹਦਾ ਅੱਜ ਤੱਕ ਉਹਨਾਂ ਤੇ ਅਸਰ ਹੈ। ਮੈਂ ਉਹਨਾਂ ਨੂੰ ਕਿਹਾ ਵੀ ਇੱਕ ਗੱਲ ਸਮਝ ਲਓ, ਪੰਜਾਬ ਔਰ ਹਰਿਆਣੇ ਦੇ ਜੱਟ ਤੇ ਜਾਟ, ਇਹਨਾਂ ਦੀ ਕਲਚਰ ਇੱਕ ਹੈ। ਬਿਲਕੁਲ, ਜੱਟ ਦੇ ਪੁੱਤ ਦੇ ਜ਼ਮੀਨ ਸਾਰੀ ਵਿਕ ਜਾਏ, ਅਸੀਂ ਸਮਾਜ 'ਚ ਉਹਨੂੰ ਜ਼ਿਮੀਂਦਾਰ ਦਾ ਪੁੱਤ ਕਹੀ ਜਾਂਦੇ ਹਾਂ। ਬਿਲਕੁਲ। ਤੇ ਜਿੱਦਣ 4 ਪੈਸੇ ਕੋਲ ਆ ਜਾਂਦੇ ਆ, ਫਿਰ ਅਸੀਂ ਫਿਰ ਜ਼ਮੀਨ ਖਰੀਦਣ ਦੀ ਕੋਸ਼ਿਸ਼ ਕਰਦੇ ਹਾਂ ਵੀ ਧੀ ਪੁੱਤ ਵਿਆਹੁਣੇ ਨੇ। ਮੈਂ ਕਿਹਾ ਜਦੋਂ ਅਸੀਂ ਆਪਣੀ ਧੀ ਦਾ ਰਿਸ਼ਤਾ ਕਰਨ ਜਾਂਦੇ ਹਾਂ, ਪੁੱਛਦੇ ਮੁੰਡੇ ਨੂੰ ਜ਼ਮੀਨ ਕਿੰਨੀ ਹੈ। ਬਿਲਕੁਲ ਇਹੀ ਹਾਲ ਹਰਿਆਣੇ 'ਚ ਹੈ।
ਜੇ ਤੁਸੀਂ, ਇਹਦਾ ਮਤਲਬ ਇਹ ਹੈ ਵੀ ਜਿਹੜਾ ਕਿਸਾਨ ਹੈ ਧਰਤੀ ਨਾਲ ਤੁਰੰਦਰ ਤੱਕ ਜੁੜਿਆ, ਉਹਨੂੰ ਤੁਸੀਂ ਇਹ ਤੋਂ ਵੱਖ ਨਹੀਂ ਕਰ ਸਕਦੇ। ਜੇ ਤੁਸੀਂ ਇਹ ਸਟੈਪ ਲੈ ਲਿਆ ਤਾਂ ਮੈਂ ਛੋਟੇ ਵੱਡੇ ਦੀ ਨਹੀਂ ਗੱਲ ਕਰਦਾ, ਜਿਹਦੇ ਕੋਲ ਅੱਧਾ ਕਿੱਲਾ ਉਹ ਵੀ ਗੰਡਾਸਾ ਚੱਕੀ ਫਿਰੂ, ਜਿਹਦੇ ਕੋਲ 2 ਕਿੱਲੇ 1.5 ਕਿੱਲਾ ਉਹ ਵੀ ਗੰਡਾਸਾ ਚੱਕੀ ਫਿਰੂ। ਇਹ ਲਾ ਐਂਡ ਆਰਡਰ ਪ੍ਰੋਬਲਮ ਏਡੀ ਵੱਡੀ ਹੋ ਜਾਏਗੀ, ਦੋਨਾਂ ਸਟੇਟਾਂ 'ਚ ਤੁਹਾਡੇ ਬਸ 'ਚ ਨਹੀਂ ਰਹਿਣਾ। ਸੋਚ ਸਮਝ ਕੇ ਹੋਸ਼ ਨਾਲ ਹੱਥ ਪਾਏ। ਤੋ ਉਹਦਾ ਨਤੀਜਾ ਇਹ ਹੈ ਵੀ ਅੱਜ ਪੰਜਾਬ 'ਚ ਹਾਲੇ ਤੱਕ ਕਲਸਟਰ ਬਣਾਉਣ ਦੀ ਗੱਲ ਸ਼ੁਰੂ ਨਹੀਂ ਹੋਈ, ਪਰ ਸਾਊਥ 'ਚ ਹੋ ਗਈ। ਸਾਊਥ 'ਚ ਹੋ ਗਈ ਹੈ? ਹੋ ਗਈ। ਮੇਰੇ ਇੱਕ ਮਿੱਤਰ ਹੁੰਦੇ ਸੀ ਡਾਕਟਰ ਗੋਪਾਲ ਆਈਅਰ, ਇੱਥੇ ਸੋਸ਼ੀਓਲੋਜੀ ਡਿਪਾਰਟਮੈਂਟ ਦੇ ਹੈੱਡ ਸੀ ਪੰਜਾਬ ਯੂਨੀਵਰਸਿਟੀ 'ਚ। ਉਹ ਤਾਮਿਲੀਅਨ ਸੀ। ਉਹਨਾਂ ਦੀ ਇੱਕੋ ਬੇਟੀ ਸੀ, ਉਹਨਾਂ ਦੀ ਤਾਂ ਡੈਥ ਹੋ ਗਈ 5-6 ਸਾਲ ਹੋ ਗਏ। ਉਹਨਾਂ ਦੀ ਇੱਕੋ ਬੇਟੀ ਸੀ, ਉਹ ਇੱਕ ਉੱਥੇ ਦਾ ਤਾਮਿਲਨਾਡੂ ਦਾ ਇੱਕ ਵੱਡਾ ਕਾਰਪੋਰੇਟ ਘਰਾਣਾ ਉਹਦੇ 'ਚ ਵਿਆਹੀ ਹੈ। ਉਹਦੇ ਜਵਾਈ ਨੇ ਇੱਕ ਵਾਰੀ ਇੱਥੇ ਆਏ ਚੰਡੀਗੜ੍ਹ, ਉਹਨਾਂ ਦਾ ਮਕਾਨ ਹੈ, ਤੇ ਮੈਨੂੰ ਕਿਹਾ ਵੀ ਅੰਕਲ ਅਸੀਂ ਤੁਹਾਨੂੰ ਮਿਲਣਾ, ਗੱਲ ਕਰਨੀ ਹੈ ਕੋਈ। ਮੈਂ ਕਿਹਾ ਦੱਸੋ। ਕਹਿੰਦਾ ਵੀ ਮੈਂ ਤਾਮਿਲਨਾਡੂ 'ਚ 3 ਜ਼ਿਲ੍ਹਿਆਂ ਦੀ ਖੇਤੀ ਕਰਾਉਣਾ। ਮੈਂ ਕਿਹਾ ਕਿਵੇਂ ਕਰਾਉਣਾ? ਕਹਿੰਦਾ ਜੀ ਸਾਰਾ ਸੀਡ, ਸਾਰੀ ਖਾਦ, ਸਭ ਕੁਝ ਮੈਂ ਦੇਣਾ, ਮੇਰੇ ਬੰਦੇ ਕੰਮ ਕਰਦੇ ਨੇ, ਕਿਸਾਨ ਉੱਥੇ ਕੰਮ ਕਰਦੇ ਨੇ ਖੇਤਾਂ 'ਚ, ਤੇ ਮੈਂ ਇੱਕ ਤਾਂ ਉਹ ਚੱਕੀ ਫਿਰੇ ਪੈਕਿੰਗ ਦਾ ਲਿਫਾਫਾ ਜਿਹਾ, ਵੀ ਮੈਂ ਤਾਂ ਜੀ ਕਿਸਾਨ ਨੂੰ ਖੁਸ਼ ਕਰਨ ਵਾਸਤੇ ਨਾਂ ਲਿਖ ਦੇਣਾ ਵੀ ਕਿਹੜੇ ਕਿਸਾਨ ਦੀ ਜ਼ਮੀਨ ਹੈ ਜਿਹਦੀ ਇਹ ਪੈਦਾਵਾਰ ਹੈ। ਪਰ ਉਹ ਸਾਰੀ ਜਿਹੜੀ ਜ਼ਮੀਨ ਹੈ ਉੱਥੇ ਖੇਤੀ ਦਾ ਮਾਲਕ ਮੈਂ ਆ, ਟੋਟਲ ਇਨਵੈਸਟਮੈਂਟ ਮੇਰੀ ਹੈ। ਤੇ ਮੈਂ ਇਸ ਕਰਕੇ ਆਇਆ ਵੀ ਸ਼ਾਇਦ ਸਰਕਾਰ ਦੀ ਪਾਲਿਸੀ ਹੈ ਵੀ ਪੰਜਾਬ 'ਚ ਵੀ ਕਲਸਟਰ ਬਣਾਉਣਗੇ, ਮੈਂ ਇੱਕ ਕਲਸਟਰ ਲੈਣਾ। ਤੇ ਮੈਂ ਉਹਨੂੰ ਕਿਹਾ ਵੀ ਤੂੰ ਕਾਕਾ ਉੱਥੇ ਹੀ ਹੋਰ ਰਹਿ ਲੈ, ਇੱਥੇ ਨਾ ਆਈ, ਇੱਥੇ ਪਤਾ ਨਹੀਂ ਕੀ ਹੋਊ, ਤੂੰ ਇਹ ਝੰਜਟ ਤੂੰ ਕੀ ਲੈਣਾ। ਤੋ ਇਹ ਤੋਂ ਬਾਅਦ ਫਿਰ ਮੈਨੂੰ ਪਤਾ ਲੱਗਿਆ ਵੀ ਕਰਨਾਟਕ 'ਚ 7 ਜ਼ਿਲ੍ਹੇ ਐਸੇ ਨੇ ਜਿੱਥੇ ਕਈ ਸਾਲ ਤੋਂ ਬਰਸਾਤ ਹੀ ਨਹੀਂ ਹੋਈ। ਉੱਥੇ ਵੱਡੀ ਸਕੇਲ ਤੇ ਪਿੰਡਾਂ ਵਿੱਚੋਂ ਸ਼ਹਿਰਾਂ ਨੂੰ ਮੂਵਮੈਂਟ ਹੋ ਗਈ। ਜਿਹੜੇ ਯੰਗ ਜਨਰੇਸ਼ਨ ਹੈ ਉਹ ਆਪਣੇ ਪੇਰੈਂਟਸ ਨੂੰ, ਬੁੜਿਆਂ ਨੂੰ ਵੀ ਇਹ ਸਾਡੇ ਤੇ ਭਾਰ ਨੇ, ਉਹਨਾਂ ਨੂੰ ਪਿੰਡਾਂ 'ਚ ਛੱਡ ਕੇ ਵੀ ਉਹ ਸਰਕਾਰ ਦੇ ਸਿਰ ਤੇ ਆਟਾ ਦਾਲ ਸਕੀਮ 'ਚ ਉਹਨਾਂ ਨੂੰ ਮਿਲੀ ਜਾਊ, ਕੁਝ ਖਾਈ ਜਾਣਗੇ, ਬਚ ਜਾਣਗੇ, ਠੀਕ ਹੈ, ਨਹੀਂ ਮਰ ਜਾਣਗੇ ਤਾਂ ਵੀ ਕੋਈ ਨਹੀਂ। ਵੀ ਉਹਨਾਂ ਨੂੰ ਸ਼ਹਿਰ 'ਚ ਲਿਆ ਕੇ ਉਹ ਭਾਰ ਨਹੀਂ ਸੀ ਸਹਿ ਸਕਦੇ, ਉਹ ਮੂਵ ਕਰ ਗਏ ਸ਼ਹਿਰਾਂ ਨੂੰ। ਹੁਣ ਉੱਥੇ ਖੇਤੀ ਨਹੀਂ ਹੈ, ਬਰਸਾਤ ਹੋਈ ਨਹੀਂ, ਬਰਸਾਤ ਤੇ ਬਿਨਾਂ ਉੱਥੇ ਖੇਤੀ ਨਹੀਂ ਹੁੰਦੀ। ਮੈਨੂੰ ਪਤਾ ਲੱਗਿਆ ਵੀ ਉੱਥੇ ਇਹਨਾਂ ਨੇ ਸ਼ੁਰੂ ਕੀਤਾ ਹੈ ਕਲਸਟਰ ਬਣਾਉਣ ਦਾ ਕੰਮ। ਤੋ ਮੈਨੂੰ ਇਹ ਲੱਗਿਆ ਵੀ ਇਨ ਦੀ ਲੌਂਗ ਰਨ ਇਹਨਾਂ ਨੇ ਸਾਨੂੰ ਹੌਲੀ ਹੌਲੀ ਕਾਰਪੋਰੇਟ ਹਾਊਸ ਦੇ ਵਸ ਪਾ ਦੇਣਾ ਹੈ। ਮਲਕੀਅਤ ਕਿਸਾਨ ਦੀ ਨਹੀਂ ਰਹੂਗੀ ਜੇ ਕਲਸਟਰ ਬਣਦੇ ਆ ਤਾਂ? ਮਲਕੀਅਤ ਕਿਸਾਨ ਦੀ ਰਹੂਗੀ, ਪਰ ਕੀ ਕੌਣ ਕਰੂਗਾ ਉਹਦੇ? ਕਿਸਾਨ ਹੀ ਕਰੂਗਾ ਬਤੌਰ ਮਜ਼ਦੂਰ। ਉਹਨਾਂ ਨੇ ਕਿਹਾ ਵੀ ਕਿਸਾਨ ਸਾਡੇ ਕੰਮ ਚ। ਜਿਹੜਾ ਦੂਜਾ ਆਰਡੀਨੈਂਸ ਸੀਗਾ ਜਿਹਦੇ ਚ ਕੰਟਰੈਕਟ ਦੀ ਖੇਤੀ ਹੈ, ਕਲਸਟਰ ਉਸ ਉਹਦੇ ਤਹਿਤ ਹੋਣਗੇ ਕਿ ਜਿਹੜੀ ਜਿਵੇਂ ਪੈਪਸੀਕੋ ਵਰਗੀ ਕੰਪਨੀ ਨੇ ਗੁਜਰਾਤ ਦੇ ਵਿੱਚ ਕੰਟਰੈਕਟ ਦੀ ਖੇਤੀ ਕਰਾਈ, ਪੰਜਾਬ 'ਚ ਵੀ ਹੋਈ, ਮੇਰੇ ਖਿਆਲ ਫੇਲ ਹੋਈ ਹੈ। ਫੇਲ, ਬੁਰੀ ਤਰ੍ਹਾਂ ਫੇਲ ਹੋਈ ਹੈ। ਜਿਹੜੇ ਕਾਰਪੋਰੇਟ ਹਾਊਸਿਸ ਨੇ ਜੀ, ਉਹਦਾ ਇੱਕ ਇਹ ਵੀ ਫੈਕਟਰ ਹੈਗਾ ਵੀ 86% ਕਿਸਾਨ ਜਿਹੜੇ ਨੇ ਇਸ ਦੇਸ਼ 'ਚ, ਉਹਨਾਂ ਦੀ ਲੈਂਡ ਹੋਲਡਿੰਗ ਲੈਸ ਦੈਨ 5 ਏਕੜਸ ਹੈ। ਸਾਡੀ PAU 1980 ਤੋਂ ਕਹਿੰਦੀ ਆ ਰਹੀ ਹੈ ਭਈ 10 ਏਕੜ ਤੋਂ ਘੱਟ ਦਾ ਯੂਨਿਟ ਵਾਇਬਲ ਨਹੀਂ ਹੈ। ਤੋ ਉਹਨਾਂ ਦੀ ਇਹ ਖੇਤੀ ਜਿਹੜੀ ਹੈ ਨਾ ਕਮਾਈ ਵਾਸਤੇ ਨਹੀਂ ਹੈ, ਇਟਸ ਅ ਵੇ ਆਫ ਲਾਈਫ। ਉਹਨਾਂ ਨੂੰ ਨਾ ਤਾਂ ਹੋਰ ਕੋਈ ਕੰਮ ਆਉਂਦਾ ਹੈ, ਨਾ ਉਹਨਾਂ ਕੋਲ ਕੋਈ ਹੋਰ ਕਾਰੋਬਾਰ ਸ਼ੁਰੂ ਕਰਨ ਲਈ ਪੈਸਾ ਹੈ, ਨਾ ਉਹਨਾਂ ਦੇ ਕੋਲ ਕੋਈ ਸਕਿੱਲ ਹੈ। ਉਹਨਾਂ ਦੀ ਮਜਬੂਰੀ ਹੈ ਖੇਤੀ ਕਰਨਾ। ਹੁਣ ਇਹ ਜਿਹੜੀ ਇੰਨੀ ਲੈਂਡ ਹੋਲਡਿੰਗ ਘਟੀ ਹੈ, ਇਹਦੇ ਨਾਲ 2 ਤਰ੍ਹਾਂ ਦੀ ਖੇਤੀ ਹੋ ਗਈ ਸ਼ੁਰੂ। ਕੁਝ ਲੋਕ ਨੇ ਜਿਹੜੇ ਥੋੜੇ ਜਿਹੇ ਜ਼ਿਆਦਾ ਹਿੰਮਤੀ ਨੇ, ਉਹ ਜਿਹੜੇ ਬਾਬੂ ਲੋਕ ਨੇ, ਉਹ ਠੇਕੇ ਤੇ ਆਉਂਦੇ ਨੇ ਜ਼ਮੀਨਾਂ। ਉਹਨਾਂ ਦੀ ਜ਼ਮੀਨਾਂ ਠੇਕੇ ਤੇ ਲੈ ਕੇ 50 ਕਿੱਲੇ, ਕੋਈ 100 ਕਿੱਲਾ, ਜਿੰਨੀ ਕਿਸੇ ਦੀ ਕਪੈਸਿਟੀ ਹੈ ਉਨੀ ਉਹ ਜ਼ਮੀਨ ਲੈ ਕੇ ਠੇਕੇ ਤੇ ਕਰਦਾ। ਆਪਣੀ ਘਰ ਦੀ ਉਹਦੀ 2 ਜਾਂ 4 ਕਿੱਲੇ ਹੀ ਹੈ। ਇੱਕ ਤਾਂ ਇਸ ਤਰ੍ਹਾਂ ਦੇ ਲੋਕ ਨੇ। ਇੱਕ ਜਿਹੜੇ ਦੂਸਰੇ ਜਿਹੜਾ ਠੇਕੇ ਤੇ ਵੀ ਨਹੀਂ ਲੈਂਦਾ, ਉਹ ਤਾਂ ਆਪਣੇ ਪਰਿਵਾਰ ਨੂੰ ਸਰਵਾਈਵ ਰੱਖਣ ਵਾਸਤੇ ਖੇਤੀ ਕਰਦਾ। ਇਹ ਜੀਵਨ ਸ਼ੈਲੀ ਹੋ ਗਈ। ਇਹ ਹੁਣ ਖੇਤੀ ਜਿਹੜਾ ਧੰਦਾ ਹੈ ਨਾ, ਇਹ ਮੁਨਾਫੇ ਵਾਸਤੇ ਨਹੀਂ ਹੈ। ਔਰ ਮੈਂ ਸਮਝਦਾ ਵੀ ਜੇ 86% ਲੋਕੀ ਇਸ ਧੰਦੇ ਦੇ ਵਿੱਚ ਜਿਹੜੇ ਲੱਗੇ ਨੇ, ਜਿਨ੍ਹਾਂ ਦੀ ਜੀਵਨ ਸ਼ੈਲੀ ਇਹ ਹੈ, ਉਹਨਾਂ ਨੂੰ ਡਿਸਟਰਬ ਕਰੋਗੇ ਤਾਂ ਇਹਦੀਆਂ ਸੋਸ਼ਲ ਇੰਪਲੀਕੇਸ਼ਨਸ ਬਹੁਤ ਜ਼ਬਰਦਸਤ ਹੋਣਗੀਆਂ। ਸੋਸ਼ਲ ਤੇ ਇਕਨੋਮਿਕ ਇੰਪਲੀਕੇਸ਼ਨਸ ਹੋਣਗੀਆਂ। ਇਹ ਸਰਕਾਰਾਂ ਨੂੰ ਇਹ ਸਮਝ ਲੈਣਾ ਚਾਹੀਦਾ। ਕਾਰਪੋਰੇਟ ਹਾਊਸਿਸ ਠੀਕ ਕਰ ਲੈਣਗੇ ਕਬਜ਼ਾ, ਕੋਈ ਦੋ ਰਾਇ ਨਹੀਂ, ਉਹਨਾਂ ਨੂੰ ਔਖਾ ਨਹੀਂ, ਉਹਨਾਂ ਕੋਲ ਸਰਮਾਇਆ, ਉਹਨਾਂ ਦੇ ਨਾਲ ਸਰਕਾਰ ਹੈ। 2 ਵੱਡੇ ਫੈਕਟਰ ਨੇ, ਇਹ ਬਹੁਤ ਮਾਅਨੇ ਰੱਖਦੇ ਆ। ਉਹਨਾਂ ਦੇ ਨਾਲ ਨਾ ਤਾਂ ਉਹਨੂੰ ਕੋਈ ਕਾਨੂੰਨੀ ਮਦਦ ਹੈ ਉਹਨਾਂ ਨੂੰ ਮਿਲਣੀ, ਨਾ ਉਹਨਾਂ ਦੇ ਕੋਲ ਫੇਸ ਕਰਨ ਨੂੰ ਸਰਮਾਇਆ। ਫਿਰ ਉਹਨਾਂ ਦੀ ਜਿਹੜਾ ਗਰੀਬ ਆਦਮੀ ਹੁੰਦਾ ਨਾ ਜੀ, ਬਹੁਤ ਗਰੀਬ, ਜੇ ਅਸੀਂ ਕਹੀਏ ਵੀ ਇੱਕ ਸਾਡੇ ਅਖਾਣ ਹੈ, ਗਰੀਬ ਦੀ ਜੋਰੋ ਸਭ ਦੀ ਭਾਬੀ, ਉਹ ਐਵੇਂ ਨਹੀਂ ਬਣਿਆ।
ਉਹਦਾ ਮਤਲਬ ਹੈ ਵੀ ਜਿਹੜਾ ਗਰੀਬ ਹੈ ਉਹਨੂੰ ਕੋਈ ਕੁਝ ਵੀ ਕਹਿ ਦੇ ਉਹ ਵਿਚਾਰਾ ਵਕਤ ਕੱਢਦਾ, ਉਹ ਕਹਿੰਦਾ ਜਿਵੇਂ ਇਹਦੇ ਨਾਲ ਪੰਗਾ ਲਿਆ ਤਾਂ ਪੈਸੇ ਵਾਲਾ ਹੈ, ਮੈਂ ਕੀ ਕਰੂੰਗਾ, ਮੈਨੂੰ ਕਿਸੇ ਨੇ ਸੁਣਨਾ ਨਹੀਂ ਪੁੱਛਣਾ ਮੈਂ ਨਹੀਂ। ਤਿੰਨੇ ਆਰਡੀਨੈਂਸਸ ਵੱਲ ਆਉਣਾ, ਇੱਕ ਇੱਕ ਕਰਕੇ ਜਿਹੜੇ ਬਹੁਤ ਸਾਰੇ ਕੁਐਸਚਨਸ ਜਿਹੜੇ ਆਮ ਹੁਣ ਪ੍ਰਚਲਿਤ ਸਵਾਲ ਕੀਤੇ ਜਾ ਰਹੇ, ਜਿਹਨੂੰ ਡਿਫੈਂਡ ਕਰ ਰਹੀ ਹੈ ਭਾਜਪਾ। ਕੇਂਦਰ ਦੇ ਵਜ਼ੀਰ ਜਿਹੜੇ ਨੇ, ਖੇਤੀਬਾੜੀ ਮੰਤਰੀ ਨੇ ਵੀ ਸ਼ਰੇਆਮ ਆ ਕੇ ਡਿਫੈਂਡ ਕੀਤੇ ਕਿ ਅਸੀਂ ਜਿਹੜਾ ਪ੍ਰਚਲਿਤ ਮੰਡੀਕਰਨ ਸਿਸਟਮ ਹੈ ਉਹਨੂੰ ਨਹੀਂ ਛੇੜ ਰਹੇ, ਪਰ ਪ੍ਰਾਈਵੇਟ ਮੰਡੀਆਂ ਨੂੰ ਵਿੱਚ ਪੈਨੀਟ੍ਰੇਟ ਕਰ ਰਹੇ ਹਾਂ, ਉਹ ਆ ਜਾਣਗੀਆਂ। ਪ੍ਰਾਈਵੇਟ ਮੰਡੀਆਂ ਦਾ ਸਿਸਟਮ ਕਿਵੇਂ ਹੈ, ਤੁਹਾਡੀ ਸਮਝ ਕੀ ਕਹਿੰਦੀ ਹੈ ਵੀ ਜੋ ਇਹ ਕਰਨ ਜਾ ਰਹੇ ਹੋ ਕਿਵੇਂ ਚੱਲੂਗਾ ਤੇ ਉਹਦਾ ਨੁਕਸਾਨ ਕਿਵੇਂ ਹੈ ਸਾਨੂੰ? ਇੱਕ ਤਾਂ ਮੱਕੜ ਸਾਹਿਬ ਸਾਨੂੰ ਇਹ ਦੇਖਣਾ ਪਏਗਾ, ਪੰਜਾਬ ਔਰ ਹਰਿਆਣਾ 2 ਸਟੇਟਾਂ ਨੇ ਜਿਨ੍ਹਾਂ ਨੇ ਦੁਨੀਆ ਦਾ ਬਿਹਤਰੀਨ ਮਾਰਕੀਟਿੰਗ ਸਿਸਟਮ ਡਿਵੈਲਪ ਕੀਤਾ ਹੈ। ਜਿਹੜੇ ਡਿਵੈਲਪ ਕੰਟਰੀਜ਼ ਨੇ, ਮੈਂ ਬਹੁਤ 20-22 ਕੰਟਰੀਜ਼ 'ਚ ਜਾ ਕੇ ਐਵੇਂ ਨਹੀਂ ਮੈਂ ਸੈਰ ਕਰਨ ਗਿਆ, ਮੈਂ ਸਟੱਡੀ ਕੀਤਾ ਮਾਰਕੀਟਿੰਗ ਸਿਸਟਮ ਉੱਥੇ ਆਮ ਕਿਸਾਨ ਦੇ ਹੱਥ 'ਚ ਨਹੀਂ। ਜਿੰਨਾ ਰੈਗੂਲੇਟਡ ਮਾਰਕੀਟਿੰਗ ਸਿਸਟਮ ਅਸੀਂ ਤਿਆਰ ਕਰ ਲਿਆ ਪੰਜਾਬ ਤੇ ਹਰਿਆਣੇ ਨੇ, FCI ਨੋਬਡੀ, ਮਤਲਬ ਇਹਦੇ 'ਚ ਬਿਲਕੁਲ ਕੋਈ ਦੋ ਰਾਇਆ ਨਹੀਂ। ਅਨਾਜ ਖਰੀਦਣਾ FCI ਨੇ, FCI ਇਕੱਲੀ ਨਹੀਂ ਖਰੀਦ ਸਕਦੀ, ਬਾਕੀ ਦੇਸ਼ ਤੋਂ ਵੀ ਖਰੀਦੀ ਹੈ। ਉਹ ਇਸੇ ਕਰਕੇ ਨਹੀਂ ਖਰੀਦ ਹੋ ਰਹੀ ਵੀ ਉਹਨੂੰ ਸਪੋਰਟ ਕੋਈ ਨਹੀਂ ਕਰਦਾ, ਸਟੇਟ ਕੋਈ ਨਹੀਂ। ਅਸੀਂ ਤਾਂ ਨਾਲ ਏਜੰਸੀਆਂ ਬਣਾ ਲਈਆਂ ਆਪਣੀਆਂ, ਪਨ ਗ੍ਰੇਨ, ਮਾਰਕਫੈਡ, ਵੇਅਰ ਹਾਊਸਿੰਗ ਕਾਰਪੋਰੇਸ਼ਨ। ਅਸੀਂ ਇੱਦਾਂ ਦੀ ਜਦੋਂ ਪ੍ਰੋਕਿਉਰਮੈਂਟ ਹੁੰਦੀ ਹੈ ਉਦੋਂ ਅਸੀਂ ਪਹਿਲਾਂ ਮੀਟਿੰਗ ਹੁੰਦੀ ਹੈ, ਸਾਰੇ ਬੈਠ ਕੇ ਵੰਡ ਲੈਂਦੇ ਨੇ। FCI ਨੂੰ ਕਹਿੰਦੇ ਨੇ ਤੁਸੀਂ ਸੰਭਾਲੋ, ਤੁਸੀਂ 10% ਖਰੀਦ ਲਓ, 15% ਖਰੀਦ ਲਓ, ਬਾਕੀ ਸਾਰਾ ਅਸੀਂ ਵੰਡ ਲੈਂਦੇ ਹਾਂ। ਉਹ ਖਰੀਦ ਕੇ ਹੌਲੀ ਹੌਲੀ ਸਟਾਕ ਉਧਰ ਟ੍ਰਾਂਸਫਰ ਕਰੀ ਜਾਂਦੇ ਨੇ। ਐਕਚੁਅਲੀ ਦੇ ਪਰਚੇਜ਼ ਫॉर FCI, ਉਧਰ ਸਟਾਕ ਜਾਈ ਜਾਂਦਾ ਤੇ ਉਹਨਾਂ ਦੀ ਜਿਹੜੀ CCL ਲਿਮਿਟ ਆ ਉਹਦੇ ਨਾਲ ਸੈਟਲ ਹੋਈ ਜਾਂਦੀ ਹੈ। ਤੇ ਇਹ ਸਿਸਟਮ ਪੰਜਾਬ ਤੇ ਹਰਿਆਣੇ ਨੇ ਡਿਵੈਲਪ ਕੀਤਾ, ਹੋਰ ਕਿਸੇ ਨੇ ਕੀਤਾ ਨਹੀਂ। ਇਸੇ ਕਰਕੇ ਦੂਜੀਆਂ ਸਟੇਟਾਂ ਵਿੱਚ ਨਾ ਤਾਂ ਟੋਟਲ ਕ੍ਰੌਪ ਦੀ ਪ੍ਰੋਕਿਉਰਮੈਂਟ ਹੁੰਦੀ ਹੈ, ਜਿਹੜੀ ਬਚ ਜਾਂਦੀ ਹੈ ਉਹਨੂੰ ਫਿਰ ਮੰਡੀ ਹੈ ਨਹੀਂ, ਫਿਰ ਉਹ ਘੱਟ ਭਾਅ ਤੇ ਵਿਕਦੀ ਹੈ। ਤੇ ਇਸ ਕਰਕੇ ਸਾਡਾ ਜਿਹੜਾ ਮਾਰਕੀਟਿੰਗ ਸਿਸਟਮ ਹੈ ਇਹਦਾ ਚਾਹੀਦਾ ਤਾਂ ਇਹ ਸੀਗਾ, ਅਸੀਂ ਸਰਕਾਰ ਨੂੰ ਬਹੁਤ ਵਾਰੀ ਲਿਖਿਆ ਵੀ ਤੁਸੀਂ 40-42 ਹਜ਼ਾਰ ਮੰਡੀਆਂ ਸਾਰੇ ਦੇਸ਼ ਵਿੱਚ ਦੂਜੀਆਂ ਸਟੇਟਾਂ 'ਚ ਵੀ ਇਸੇ ਤਰ੍ਹਾਂ ਦੀ ਬਣਾ ਦਿਓ, ਇੱਦਾਂ ਹੀ ਏਜੰਸੀਆਂ ਖੜੀਆਂ ਕਰ ਦਿਓ। ਇਹਦੇ ਨਾਲ ਇੱਕ ਤਾਂ ਜੌਬਸ ਕ੍ਰੀਏਟ ਹੋਣਗੇ ਲੋਕਾਂ ਨੂੰ, ਦੂਜਾ ਜਦੋਂ ਤੁਸੀਂ ਉੱਥੇ ਖਰੀਦ ਕਰੋਗੇ ਤਾਂ ਉਹਦੇ ਨਾਲ ਕਿਸਾਨ ਨੂੰ ਸਪੋਰਟ ਮਿਲੇਗੀ, ਮਿਨੀਮਮ ਸਪੋਰਟ ਤੇ ਖਰੀਦੋਗੇ। ਔਰ ਮੇਰਾ ਇਹ ਮੰਨਣਾ ਹੈ ਵੀ ਸਰਕਾਰ ਹਰ ਸਾਲ ਮਿਨੀਮਮ 7 ਤੋਂ 8 ਲੱਖ ਕਰੋੜ ਰੁਪਈਆ ਕਾਰਪੋਰੇਟ ਹਾਊਸਿਸ ਨੂੰ, ਜਿਹੜਾ ਮੈਕਸਿਮਮ 20% ਲੋਕਾਂ ਦਾ ਰੋਜ਼ਗਾਰ ਦਾ ਸਾਧਨ ਹੈ, ਇਹਦੇ ਵਿੱਚ ਅਨਐਮਪਲਾਇਡ ਵੀ ਆ ਜਾਂਦੇ ਨੇ, ਉਹਨਾਂ ਤੇ 7 ਜਾਂ 8 ਲੱਖ ਕਰੋੜ ਰੁਪਈਆ ਹਰ ਸਾਲ ਉਹਨਾਂ ਨੂੰ NPA ਇਨਸੈਂਟਿਵਸ ਇਹ ਔਨ ਰਿਕਾਰਡ ਉਹਨਾਂ ਨੂੰ ਦਿੱਤਾ ਜਾਂਦਾ। ਔਰ ਉਹ ਤੋਂ ਬਾਅਦ ਕਦੇ ਕਿਸੇ ਨੇ ਪਾਬੰਦੀ ਨਹੀਂ ਲਾਈ। 1977 6 ਮਹੀਨੇ ਬਾਅਦ ਸੈਂਟਰ 'ਚ ਸਰਕਾਰ ਬਦਲ ਗਈ। ਤੁਸੀਂ ਅੱਜ ਰਿਕਾਰਡ ਚੱਕ ਕੇ ਦੇਖੋ, ਸਾਡੇ ਲੁਧਿਆਣੇ ਜ਼ਿਲ੍ਹੇ 'ਚੋਂ MP ਹੁੰਦੇ ਸੀ ਸਰ ਜਗਦੇਵ ਸਿੰਘ ਤਲਵੰਡੀ, ਅਕਾਲੀ ਦਲ ਦੇ ਪ੍ਰਧਾਨ ਸੀ। ਪਹਿਲਾ ਰੈਜ਼ੋਲੂਸ਼ਨ ਪਾਰਲੀਮੈਂਟ ਨੇ ਕੀਤਾ ਵੀ ਸਾਰੇ ਦੇਸ਼ ਦੀ ਇੱਕ ਮੰਡੀ ਹੋਊਗੀ, ਔਰ ਉਹਨੇ ਬਾਹਰ ਨਿਕਲ ਕੇ, ਉਦੋਂ ਸਾਡੀ ਖੇਤੀਬਾੜੀ ਯੂਨੀਅਨ ਹੁੰਦੀ ਸੀ, ਉਹਨੇ ਸਾਨੂੰ ਵਧਾਈ ਦਿੱਤੀ ਵੀ ਯੂਨੀਅਨ ਵਾਲੇ ਤੁਹਾਨੂੰ ਵਧਾਈ, ਤੁਹਾਡਾ ਮੋਰਚਾ ਫਤਿਹ ਹੋ ਗਿਆ। ਉਹ ਤੋਂ ਬਾਅਦ ਕਦੇ ਕਿਸੇ ਨੇ ਕੋਈ ਫਸਲ ਰੋਕੀ ਨਹੀਂ। ਬਿਹਾਰ ਤੋਂ ਇੱਥੇ ਮੱਕੀ ਆਉਂਦੀ ਹੈ, ਬਿਹਾਰ ਤੋਂ 4 ਸਾਲ ਪਹਿਲਾਂ ਸਰਕਾਰ ਨੇ ਟਰੱਕ ਫੜੇ, ਜਿਹੜੇ 1100 ਰੁਪਏ ਝੋਨਾ ਇੱਥੇ ਆਇਆ। ਹੁਣ UP ਚੋਂ ਇਸ ਵਾਰੀ 1000 ਰੁਪਏ, ਕਿਉਂਕਿ ਉੱਥੇ ਮੰਡੀ ਹੈ ਨਹੀਂ, 1000 ਰੁਪਏ ਝੋਨਾ ਖਰੀਦ ਕੇ ਹਰਿਆਣਾ ਔਰ ਪੰਜਾਬ ਦੇ ਆੜ੍ਹਤੀਆਂ ਨੇ ਇੱਥੇ ਲਿਆ ਕੇ ਕਿਸਾਨਾਂ ਦੇ ਨਾਂ ਤੇ 1800 ਰੁਪਏ ਵੇਚ ਲਿਆ ਤੇ ਕਿਸੇ ਨੇ ਕੋਈ ਰੁਕਾਵਟ ਨਹੀਂ ਖੜੀ ਕੀਤੀ। ਪੰਜਾਬ ਦਾ ਕਿੰਨੋ ਸਾਰੇ ਦੇਸ਼ 'ਚ ਵਿਕਦਾ ਹੈ। ਪੰਜਾਬ ਦੇ ਆਲੂ ਜਿਹੜੇ ਉਤਪਾਦਕ ਨੇ, ਜਿਹੜੇ ਵੱਡਾ ਆਲੂ ਪੈਦਾ ਕਰਨ ਵਾਲੇ ਨੇ, ਉਹਨਾਂ ਨੇ ਕਰਨਾਟਕ 'ਚ, ਤਾਮਿਲਨਾਡੂ 'ਚ ਆਪਣੇ ਕੋਲਡ ਸਟੋਰ ਬਣਾਏ ਹੋਏ ਨੇ, ਕੋਈ ਰੁਕਾਵਟ ਨਹੀਂ। ਮਹਾਰਾਸ਼ਟਰ ਦਾ ਸੰਤਰਾ, ਕੇਲਾ ਤੇ ਇਹ ਜਿਹੜਾ ਉੱਥੇ ਦਾ ਪਿਆਜ਼, ਇਹ ਸਾਰੇ ਦੇਸ਼ 'ਚ ਆ ਕੇ ਵਿਕਦਾ ਹੈ। ਹਿਮਾਚਲ ਦਾ, ਜੰਮੂ ਕਸ਼ਮੀਰ ਦਾ ਫਰੂਟ ਸਾਰੇ ਦੇਸ਼ 'ਚ ਵਿਕਦਾ ਹੈ, ਕੋਈ ਰੁਕਾਵਟ ਨਹੀਂ। ਔਰ ਸਾਡੀ ਜਿੰਨੀ ਪਹੁੰਚ ਹੈ, ਇਹ ਆਮ ਕਿਸਾਨ ਨੂੰ ਕਹੋ ਵੀ 2 ਕਿੱਲੇ ਵਾਲਾ ਲੈ ਜਾਊਗਾ ਇੱਥੋਂ ਬੰਬੇ, ਇਜ਼ ਇਟ ਪੋਸੀਬਲ? ਮੈਨੂੰ ਲੱਗਦਾ ਉਹ ਸ਼ਬਦ ਨਾਲ ਲਾਉਣਾ ਭੁੱਲ ਗਏ। ਉਹਨਾਂ ਨੇ ਕਹਿਣਾ ਸੀ ਇੱਕ ਦੇਸ਼ ਇੱਕ ਪ੍ਰਾਈਵੇਟ ਮੰਡੀ, ਕਿਉਂਕਿ ਇਹ ਪ੍ਰਾਈਵੇਟਾਂ ਦਾ ਤਾਂ ਹੋ ਸਕਦਾ ਨਵੇਂ ਤੌਰ ਤੇ, ਪ੍ਰਾਈਵੇਟਾਂ ਦਾ ਸ਼ਬਦ ਨਾਲ ਲਾਉਣਾ ਭੁੱਲ ਗਈ। ਔਰ ਮੈਨੂੰ ਅੱਜ ਵੀ ਜਿਹੜੇ ਆਮ ਕਿਸਾਨ ਸਬਜ਼ੀ ਪੈਦਾ ਕਰਦੇ ਨੇ, ਇਹ ਕਦੀ ਬੰਦ ਨਹੀਂ ਹੋਇਆ। ਆਜ਼ਾਦਪੁਰ ਮੰਡੀ 'ਚ ਪੰਜਾਬ, ਹਰਿਆਣਾ, ਰਾਜਸਥਾਨ ਤੇ UP ਤੋਂ ਕਿਸਾਨ ਸਬਜ਼ੀ ਉੱਥੇ ਲਿਜਾ ਕੇ ਵੇਚਦੇ ਨੇ, ਕਦੇ ਕੋਈ ਰੁਕਾਵਟ ਨਹੀਂ ਖੜੀ। ਕੀ ਨਵਾਂ ਦਿੱਤਾ ਜੀ ਜਿਹੜਾ ਉਹ ਕਹਿੰਦੇ ਨੇ ਅਸੀਂ ਨਵੀਂ ਮੰਡੀ ਬਣਾਤੀ? ਝੂਠ ਬੋਲਦੇ ਨੇ, ਸਾਰਾ ਲੋਕਾਂ ਨੂੰ ਗੁੰਮਰਾਹ ਕਰਨ ਦਾ ਕੰਮ। ਮੈਨੂੰ ਤਾਂ ਕਈ ਵਾਰੀ ਲੱਗਦਾ ਮੈਂ ਅੱਜ ਕੱਲ੍ਹ ਇਕੱਠੇ ਕਰਨ ਲੱਗੇ ਹਾਂ ਜੁਮਲੇ ਮੋਦੀ ਜੀ ਦੇ 6 ਸਾਲਾਂ 'ਚ ਕਿਹੜੀ ਝੂਠ ਬੋਲੀ, ਤੇ ਮੈਂ ਲਿਖਣਾ ਵੀ ਮੋਦੀ ਜੀ ਦੇ ਜੁਮਲੇ ਕੀ ਨੇ, ਤੇ ਲਿਖੂੰਗਾ ਮੈਂ ਆਉਣ ਵਾਲੇ ਦਿਨਾਂ 'ਚ। ਤਾਂ ਪਰ ਇਹ ਸਾਰਾ ਜੇ ਐਕਟ ਟੋਟਲ ਪੜੋ, ਇਨ ਟੋਟਲ ਇਹ ਪ੍ਰੋ ਕਾਰਪੋਰੇਟ ਹੈ,
ਇੱਥੇ ਕਾਰਪੋਰੇਟਸ ਨੂੰ ਲਿਆਉਣ ਦੀ ਸ਼ੁਰੂਆਤ ਹੈ। ਜਮਾਖੋਰੀ ਦੀ ਵੀ ਇਜਾਜ਼ਤ ਦਿੱਤੀ ਜਾ ਰਹੀ ਹੈ ਕਿ ਜਿੰਨੀ ਮਰਜ਼ੀ ਕਰ ਲਓ। ਐਸੈਂਸ਼ੀਅਲ ਕਮੋਡਿਟੀਜ਼ ਐਕਟ ਦੇ ਵਿੱਚ ਹੁੰਦਾ ਕੀ ਸੀ ਜੀ, 1955 ਚ ਬਣਿਆ। ਮਹਿੰਗਾਈ ਰੋਕਣ ਵਾਸਤੇ ਸਰਕਾਰ ਨੇ ਐਸੈਂਸ਼ੀਅਲ ਕਮੋਡਿਟੀਜ਼ ਐਕਟ ਬਣਾਇਆ ਸੀ। ਜਿੰਨੀਆਂ ਖੇਤ ਦੀਆਂ ਪੈਦਾਵਾਰ ਨੇ ਉਹ ਸਾਰੀਆਂ ਐਸੈਂਸ਼ੀਅਲ ਕਮੋਡਿਟੀਜ਼ ਸੀ। ਇਹਨਾਂ ਨੇ ਉਹਦੇ ਚ ਅਮੈਂਡਮੈਂਟ ਕਰਕੇ ਸਾਰੀਆਂ ਉਹਦੇ ਚ ਬਾਹਰ ਕੱਢਤੀਆਂ। ਕਣਕ, ਚੌਲ ਤੇ ਤੁਹਾਡਾ ਸਬਜ਼ੀਆਂ, ਫਰੂਟ, ਕੋਈ ਉਹਦੇ ਵਿੱਚ ਆਈਟਮ ਹੁਣ ਛੱਡੀ ਨਹੀਂ, ਸਾਰੀਆਂ ਗੈਰ ਜ਼ਰੂਰੀ ਹੋ ਗਈਆਂ। ਨਾ ਇਹ ਤੋਂ ਵੀ ਅੱਗੇ ਅਮੈਂਡਮੈਂਟ ਕਰਕੇ ਇਹ ਕਹਿਤਾ ਵੀ ਸਟਾਕ ਲਿਮਿਟ ਵੀ ਕੋਈ ਨਹੀਂ ਹੋਊਗੀ। ਅੱਛਾ। ਫਿਰ ਇੱਕ ਕਲੌਜ਼ ਪਾਈ ਹੈ ਵੀ ਜੇ ਕਿਸੇ ਵੇਲੇ ਐਮਰਜੈਂਸੀ ਹੋਵੇ ਤਾਂ ਸਟਾਕ ਲਿਮਿਟ ਲਾ ਸਕਦੀ ਹੈ ਸਰਕਾਰ, ਪਰ ਲਾਉਣ ਵੇਲੇ ਸਰਕਾਰ ਇਸ ਗੱਲ ਦਾ ਧਿਆਨ, ਇਹ ਵੀ ਵਿੱਚੇ ਲਿਖਦਾ, ਇਸ ਗੱਲ ਦਾ ਸਰਕਾਰ ਧਿਆਨ ਰੱਖੂ ਵੀ ਜਿਹੜਾ ਸਟਾਕਿਸਟ ਹੈ, ਜਿਹੜਾ ਵਪਾਰੀ ਹੈ, ਜਿਹਨੇ ਉਹ ਸਟਾਕ ਕੀਤੀ ਹੈ, ਉਹਨੇ ਕਿਸੇ ਨਾਲ ਬਾਹਰ ਸੌਦਾ ਤਾਂ ਨਹੀਂ ਕੀਤਾ ਹੋਇਆ, ਉਹ ਤਾਂ ਨਹੀਂ ਪ੍ਰਭਾਵਿਤ ਹੁੰਦਾ। ਇਹ ਉਹਦਾ ਵਾਚ ਕਰਕੇ ਇੰਟਰਸਟ ਫਿਰ ਕਾਰਪੋਰੇਟਸ ਵਾਲੀ ਗੱਲ ਆ ਗਈ, ਕਿਉਂਕਿ ਸੌਦਾ ਤਾਂ ਕਾਰਪੋਰੇਟ ਹੀ ਕਰੂ, ਕਿਸਾਨ ਸਿੱਧਾ ਜਾ ਕੇ ਤਾਂ ਸੌਦਾ ਕਰਨੋਂ ਰਿਹਾ ਨਹੀਂ। ਜੇ ਕਰੂਗਾ ਵੀ ਉਹਦੇ ਕੋਲ ਸਟਾਕ ਪਿਆ ਵੱਡਾ, ਇਹ ਕਹਿਣਗੇ ਅਸੀਂ ਛਾਪਾ ਮਾਰਨਾ, ਉਹ ਕਹੂਗਾ ਮੇਰਾ ਤਾਂ ਸੌਦਾ ਹੋਇਆ ਹੈ, ਕਿੱਥੋਂ ਫੜਨਗੇ? ਇਹ ਬੜਾ ਕਲੀਅਰ ਉਹਨਾਂ ਦੀ ਮਨਸ਼ਾ ਜ਼ਾਹਰ ਹੁੰਦੀ ਹੈ ਵੀ ਇਹਨਾਂ ਨੇ ਕਾਰਪੋਰੇਟਸ ਨੂੰ ਖੁੱਲੀ ਛੁੱਟੀ ਦਿੱਤੀ। ਇੱਕ ਗੱਲ ਹੋਰ ਸਮਝਣ ਵਾਲੀ ਹੈ, 4 ਦਿਨ ਹੋਏ, 5 ਦਿਨ ਪਿਛਲੇ ਹਫ਼ਤੇ ਹੀ ਪ੍ਰਧਾਨ ਮੰਤਰੀ ਸਾਡੇ ਇਹ USA 'ਚ ਜਾ ਕੇ ਉੱਥੇ ਦੇ ਜਿਹੜੇ ਮਲਟੀਨੈਸ਼ਨਲ ਕੰਪਨੀਆਂ ਨੇ ਉਹਨਾਂ ਦੇ CEOs ਨੂੰ ਐਡਰੈਸ ਕਰਕੇ ਆਇਆ। ਉੱਥੇ ਬੜੀ ਵੱਡੀ ਹੈਡਿੰਗ ਮਾਰ ਕੇ ਆਇਆ ਵੀ ਮੈਂ ਭਾਰਤ ਵਿੱਚ ਖੇਤੀ ਦੇ ਬਹੁਤ ਵੱਡੀ ਪੱਧਰ ਤੇ ਸੁਧਾਰ ਕਰਤੇ, ਖੇਤੀ ਦੀ ਮਾਰਕੀਟਿੰਗ 'ਚ ਆਓ ਤੁਸੀਂ ਇਨਵੈਸਟ ਕਰੋ। ਮੈਨੂੰ ਤਾਂ ਇਹ ਵੀ ਕਈ ਵਾਰੀ ਖਦਸ਼ਾ ਹੁੰਦਾ ਹੈ ਵੀ ਜਿਸ ਪਾਸੇ ਨੂੰ ਤੁਰ ਪਈ ਸਰਕਾਰ, ਹਰ ਚੀਜ਼ ਪ੍ਰਾਈਵੇਟਾਈਜ਼। ਕਦੀ ਨਹੀਂ ਸੀ ਹੋਇਆ ਡਿਫੈਂਸ ਦੇ ਵਿੱਚ, ਸਾਡੇ ਆਪਣੇ ਡਿਫੈਂਸ ਦੇ ਕਾਰਖਾਨੇ ਸੀ, ਸਾਰਾ ਜਿਹੜਾ ਅਸਲਾ ਸੀ ਉੱਥੇ ਬਣਾਉਂਦੇ ਸੀ। ਹੁਣ ਡਿਫੈਂਸ ਵਿੱਚ ਅੰਬਾਨੀ ਲੈ ਆਉਂਦੇ ਜਿਨ੍ਹਾਂ ਨੂੰ ਕੋਈ ਤਜਰਬਾ ਨਹੀਂ। ਜਿਹੜਾ ਤੇਲ ਸੈਕਟਰ ਹੈ, ਰਿਫਾਈਨਰੀਜ਼ ਅੰਬਾਨੀਆਂ ਦੀਆਂ, ਸਾਡੀ ਆਪਣੀ ਇੰਡੀਅਨ ਆਇਲ ਨੂੰ ਘੱਟ ਜਾਂਦਾ, ਰਿਫਾਈਨ ਕਰਨ ਵਾਸਤੇ ਉਹਨੂੰ ਵੱਧ ਜਾਂਦਾ। ਕਮਿਊਨੀਕੇਸ਼ਨ ਸੈਕਟਰ ਅੰਬਾਨੀਆਂ ਕੋਲ ਹੈ, ਕੋਲ ਸੈਕਟਰ ਅਡਾਨੀਆਂ ਕੋਲ ਹੈ, ਹਵਾਈ ਅੱਡੇ ਅਡਾਨੀਆਂ ਕੋਲ ਨੇ, ਰੇਲਵੇ ਪ੍ਰਾਈਵੇਟ ਹੋ ਰਹੀ ਹੈ, ਪਾਵਰ, ਬਿਲਕੁਲ ਬਿਜਲੀ, ਇਹ ਸਾਰਾ ਕੁਝ ਜਿਵੇਂ ਅਸੀਂ ਜਿਹੜੇ ਕਾਰਪੋਰੇਟ ਹਾਊਸਿਸ ਨੇ ਉਹਨਾਂ ਦੇ ਅੱਗੇ ਪਰੋਸੀ ਜਾਂਦੇ। ਪੰਜਾਬ 'ਚ ਜਿਹੜੀ ਰਸੋਈ ਗੈਸ ਹੈ, ਘਰੇਲੂ ਗੈਸ ਹੈ, ਉਹਦੀਆਂ ਵੀ ਪਾਈਪਲਾਈਨਾਂ ਪ੍ਰਾਈਵੇਟ ਪੈਣ ਲੱਗੀਆਂ। ਮੱਕੜ ਸਾਹਿਬ ਇਹਨੂੰ ਹੋਰ ਗੰਭੀਰਤਾ ਨਾਲ ਲਓ, ਦੇਖੋ ਕੀ ਹੋ ਰਿਹਾ। ਜੇ ਸਾਰੇ ਕਾਰਪੋਰੇਟ ਇਕੱਠੇ ਹੋ ਗਏ, ਉਧਰੋਂ ਬਾਹਰੋਂ ਕੋਈ ਮਲਟੀਨੈਸ਼ਨਲ ਆ ਗਿਆ, ਉਹ ਵੀ ਵਿੱਚ ਸ਼ਾਮਲ ਹੋ ਗਿਆ। ਇਹ ਜਦੋਂ ਕਾਰਪੋਰੇਟ ਇਕੱਠੇ ਹੋ ਗਏ, ਜਿਵੇਂ ਈਸਟ ਇੰਡੀਆ ਕੰਪਨੀ ਨੇ ਹੌਲੀ ਹੌਲੀ ਕਬਜ਼ਾ ਕਰ ਲਿਆ ਸੀ ਦੇਸ਼ ਤੇ, ਕਿਤੇ ਇਹ ਤਾਂ ਨਹੀਂ ਅਸੀਂ ਦੁਬਾਰਾ ਗੁਲਾਮ ਹੋ ਜਾਾਂਗੇ। ਇਹ ਬਹੁਤ ਗੰਭੀਰ ਗੱਲ ਹੈ, ਬੜੀ ਗੰਭੀਰਤਾ ਨਾਲ ਸੋਚਣ ਵਾਲਾ ਇਹ ਮੁੱਦਾ ਹੈ। ਤਾਂ ਮੈਂ ਸਮਝਦਾ ਵੀ ਸਰਕਾਰ ਹਰ ਚੀਜ਼ ਕਾਰਪੋਰੇਟਸ ਨੂੰ ਦੇਈ ਜਾ ਰਹੀ ਹੈ। ਹਰ ਰੋਜ਼ ਅਸੀਂ ਇੱਕ ਕੱਲ ਨਵਾਂ ਹੀ ਕੋਆਰਡੀਨੇਟ, ਸ਼ਾਇਦ ਤੁਸੀਂ ਧਿਆਨ ਨਹੀਂ ਦਿੱਤਾ, ਅਜੀਬ ਕਿਸਮ ਦੇ ਸਰਕਾਰ ਫੈਸਲੇ ਕਰ ਰਹੀ ਹੈ। ਕੱਲ ਕੋਆਪਰੇਟਿਵ ਬੈਂਕ ਕਹਿਤਾ ਰਿਜ਼ਰਵ ਬੈਂਕ ਨੂੰ ਦੇਣੀ, ਉਹਦਾ ਮੂਵ ਕਰਤਾ। ਤੇ ਤੁਹਾਨੂੰ ਪਤਾ ਵੀ ਕੋਆਪਰੇਟਿਵ ਐਕਟ ਕੀ ਕਹਿੰਦਾ? ਕੋਆਪਰੇਟਿਵ ਦੇ ਵਿੱਚ ਜਿਹੜੀ ਸ਼ੇਅਰ ਹੋਲਡਿੰਗ ਹੈ ਉਹ ਕਿਸਾਨਾਂ ਦੀ ਹੈ। ਮੇਰੇ ਖਿਆਲ 'ਚ 10% ਕੋਆਪਰੇਟਿਵ ਅਦਾਰੇ ਨੇ ਜਿਹੜੇ ਸ਼ਹਿਰਾਂ ਦੇ ਨਾਲ ਸੰਬੰਧਿਤ ਨੇ ਜਾਂ ਇੰਡਸਟਰੀ ਨਾਲ ਸੰਬੰਧਿਤ ਨੇ। 90% ਅਦਾਰੇ ਜਿਹੜੇ ਨੇ ਖੇਤੀ ਨਾਲ ਸੰਬੰਧਿਤ ਨੇ। ਉਹ ਜਦੋਂ ਖੜਾ ਕੀਤਾ ਜਾਂਦਾ ਕੋਈ ਕੋਆਪਰੇਟਿਵ ਅਦਾਰਾ, ਉਹਦੇ 'ਚ ਕੁਝ ਸ਼ੇਅਰ ਮਨੀ ਸਰਕਾਰ ਪਾ ਦਿੰਦੀ ਹੈ ਪੈਰਾਂ ਤੇ ਖੜਾ ਕਰਨ ਲਈ, ਤੇ ਜਿਉਂ-ਜਿਉਂ ਸ਼ੇਅਰ ਮਨੀ ਇਕੱਠੀ ਹੋ ਜਾਂਦੀ ਹੈ ਸਰਕਾਰ ਆਪਣਾ ਵਿਡਰਾ ਕਰੀ ਜਾਂਦੀ ਹੈ। ਉਹਦੇ 'ਚ ਐਕਟ 'ਚ ਬੜਾ ਕਲੀਅਰ ਲਿਖਿਆ ਵੀ ਜੇ ਇਹਦੇ 'ਚ ਕੋਈ ਨਵਾਂ, ਕੋਈ ਵੱਡੀ ਪੱਧਰ ਤੇ ਕੋਈ ਫੈਸਲਾ ਲੈਣਾ ਹੈ, ਜਨਰਲ ਬੋਡੀ ਇਜ਼ ਸੁਪਰੀਮ, ਉਹਦਾ ਫੈਸਲਾ ਹੋਣਾ ਜ਼ਰੂਰੀ ਹੈ। ਕੀ ਇਹਨਾਂ ਨੇ ਜਿਹੜੇ ਕੱਲ ਬੈਂਕ ਸਾਰੇ ਰਿਜ਼ਰਵ ਬੈਂਕ ਨੂੰ ਦੇਣ ਨੂੰ ਕਹਿਤੇ, ਕਿਸੇ ਇੱਕ ਵੀ ਬੈਂਕ ਦੀ ਜਨਰਲ ਬੋਡੀ ਮੀਟਿੰਗ ਨੂੰ ਪੁੱਛਿਆ? ਜਿਹੜੇ ਮਾਲਕ ਨੇ ਉਹਦੇ, ਉਹਨਾਂ ਨੂੰ ਬੁਲਾ ਕੇ ਕੋਈ ਜਨਰਲ ਬੋਡੀ ਤੋਂ ਪਾਸ ਕਰਾਇਆ? ਇਹ ਅਸੀਂ ਇਹ ਸੁਪਰੀਮ ਕੋਰਟ ਚੈਲੰਜ ਵੀ ਕਰਾਂਗੇ, ਦੇ ਕਾਂਟ ਟੇਕ ਇਟ। ਇਹ ਤਾਂ ਫਿਰ ਹੁਣ ਅੱਜ ਉਹ ਲੈ ਕੇ ਪਹਿਲਾਂ ਜਿਹੜੇ ਨੀਰਵ ਮੋਦੀ ਵਰਗੇ ਭੱਜ ਗਏ, ਫਿਰ ਸਾਡਾ ਜਿਹੜਾ ਪੈਸਾ ਕਿਸਾਨਾਂ ਦਾ, ਆਮ ਪਿੰਡਾਂ ਵਾਲਿਆਂ ਦਾ, ਇਹ ਕੋਆਪਰੇਟਿਵ ਬੈਂਕ ਵੀ ਲੈ ਗਏ। ਫਿਰ ਉਹ ਕੋਈ ਗੁਜਰਾਤੀ ਉੱਠੂਗਾ ਨਵਾਂ, ਸਭ ਗੁਜਰਾਤੀ ਨੇ ਜਿਹੜੇ ਭੱਜੇ ਨੇ ਬਾਹਰ, ਤੇ ਇੱਕ ਕੋਈ ਹੋਰ ਗੁਜਰਾਤੀ ਉੱਠੂ, ਕੋਆਪਰੇਟਿਵ ਦਾ ਪੈਸਾ ਲੈ ਕੇ ਭੱਜੂਗਾ। ਕਿਸ ਪਾਸੇ ਨੂੰ ਜਾ ਰਹੇ ਹਾਂ ਅਸੀਂ, ਇਹ ਸਮਝ ਤੋਂ ਬਾਹਰ। ਮੇਰਾ ਆਖਰੀ ਸਵਾਲ ਹੈ ਤੁਹਾਨੂੰ, ਬਹੁਤ ਸੋਹਣੇ ਤਰੀਕੇ ਨਾਲ ਤੁਸੀਂ ਸਾਨੂੰ ਐਕਸਪਲੇਨ ਕੀਤਾ। 50 ਸਾਲ ਤੋਂ ਵੱਧ ਤੁਹਾਨੂੰ ਹੋ ਗਏ ਹੈ ਕਿਸਾਨਾਂ ਦੇ ਲਈ ਲੜਦਿਆਂ, ਜੂਝਦਿਆਂ। ਹੁਣ ਅੱਗੇ ਕੀ ਹੈ ਕਿ ਤੁਸੀਂ ਪੰਜਾਬ ਦੇ ਵਿੱਚ ਆਪਣਾ ਪ੍ਰੋਟੈਸਟ ਦਿਖਾਤਾ। ਕੈਪਟਨ ਅਮਰਿੰਦਰ ਸਿੰਘ ਕਹਿੰਦੇ ਮੈਂ ਵੀ ਤੁਹਾਡੇ ਨਾਲ ਆ, ਚਲੋ ਇੱਥੇ ਬੈਠਣ ਦਾ ਕੀ ਫਾਇਦਾ, ਆਪਾਂ ਦਿੱਲੀ ਚੱਲਦੇ ਹਾਂ। ਅਕਾਲੀ ਦਲ ਵੀ ਕਹਿ ਰਹੀ ਹੈ ਕਿ ਸਾਡਾ ਸਟੈਂਡ ਕਲੀਅਰ ਹੈ ਜੀ, ਅਸੀਂ ਤਾਂ ਇਹਦੀ ਮੁਖਾਲਫਤ ਕਰਾਂਗੇ, ਅਸੀਂ ਵਿਪ ਵੀ ਜਾਰੀ ਕਰਤਾ ਹੈ। ਕਿਸਾਨ ਹੁਣ ਕੀ ਕਰੂਗਾ? 25 ਤਰੀਕ ਦੀ ਕਾਲ ਵੀ ਆ ਰਹੀ ਹੈ। ਤੁਹਾਡਾ ਅਗਲਾ ਟੀਚਾ, ਹੁਣ ਅਗਲਾ ਨੈਕਸਟ ਕੀ ਕਰਨ ਜਾ ਰਹੇ ਹੋ? ਦੇਖੋ, ਕੈਪਟਨ ਸਾਹਿਬ ਕਹਿੰਦੇ ਨੇ ਵੀ ਬਾਹਰ ਚੱਲੋ, ਆਪਣੇ ਆਪ ਨੂੰ
ਥੋੜਾ ਜਿਹਾ ਸੌਖਾ ਰਾਜ ਕਰਨਾ ਚਾਹੁੰਦੇ ਨੇ ਵੀ ਉਹਨਾਂ ਨੂੰ ਕੋਈ ਤਕਲੀਫ ਨਾ ਹੋਏ। ਦੇਸ਼ ਵਿੱਚ ਕਿਤੇ ਵੀ ਕੋਈ ਲੋਕ ਆਵਾਜ਼ ਉਠਾਉਂਦੇ ਨੇ ਤੇ ਸਰਕਾਰਾਂ ਦੀ ਉਹਨਾਂ ਤੇ ਅੱਖ ਹੁੰਦੀ ਹੈ। ਇਹ ਕੋਈ ਜ਼ਰੂਰੀ ਨਹੀਂ ਵੀ ਕੋਈ ਚੇਨਈ ਤੋਂ ਆ ਕੇ ਜੇ ਇੱਥੇ ਹੀ ਐਜੀਟੇਸ਼ਨ ਕਰਨ ਉਹਨਾਂ ਦੀ ਤਾਂ ਹੀ ਸੁਣੀ ਜਾਊਗੀ। ਉੱਥੋਂ ਦੀ ਜਿਹੜੀ ਆਵਾਜ਼ ਆ ਉਹ, ਕਿਉਂਕਿ ਸਰਕਾਰ ਦੇ ਕੰਨ ਇੰਟੈਲੀਜੈਂਸ ਏਜੰਸੀਆਂ ਇਹ ਹਰ ਜਗ੍ਹਾ ਅਵੇਲੇਬਲ ਹੁੰਦੇ ਨੇ, ਉਹਨਾਂ ਦੀ ਡਿਊਟੀ ਹੁੰਦੀ ਹੈ ਸਰਕਾਰ ਤੱਕ ਪਹੁੰਚਾਉਣ ਦੀ। ਤੇ ਜੇ ਸਾਨੂੰ ਕਹੋ ਵੀ ਅਸੀਂ ਜਾ ਕੇ ਦਿੱਲੀ ਬਹਿ ਕੇ ਐਜੀਟੇਸ਼ਨ ਲੜਨੀ ਹੈ, ਉਹ ਕੋਈ ਹੋਰ ਸਰੂਪ ਹੋਊਗਾ, ਉਹ ਮੈਂ ਅੱਜ ਨਹੀਂ ਕਹਿ ਸਕਦਾ, ਡਿਸਾਈਡ ਕਰਾਂਗੇ। ਹੋ ਸਕਦੀ ਹੈ ਐਜੀਟੇਸ਼ਨ ਹੋ ਪਹਿਲਾਂ ਵੀ ਹੁੰਦੀਆਂ ਰਹੀਆਂ ਪਹਿਲਾਂ ਵੀ। ਉਹਦੇ ਚ ਅਸੀਂ ਪੰਜਾਬ, ਹਰਿਆਣੇ ਵਾਲੇ, ਰਾਜਸਥਾਨ ਵਾਲੇ, ਯੂਪੀ ਵਾਲੇ ਤਾਂ ਚਲੇ ਜਾਵਾਂਗੇ, ਸਾਊਥ ਵਾਲੇ ਨੂੰ ਕੋਈ ਸੌਖਾ ਹੈ? ਬਹੁਤ ਔਖਾ। ਇੱਥੇ ਆ ਕੇ ਐਜੀਟੇਸ਼ਨ ਕਰਨਾ ਕੋਈ ਖੇਲ ਹੈ? ਬੜਾ ਕੁਝ ਚਾਹੀਦਾ ਉਹਦੇ ਵਾਸਤੇ। ਤਾਂ ਇਹ ਕਹਿਣਾ ਵੀ ਅਸੀਂ ਉੱਥੇ ਦਿੱਲੀ ਜਾ ਕੇ ਲੜੀਏ, ਅਸੀਂ ਆਪਣੀ ਲੜਾਈ ਡੈਮੋਕ੍ਰੈਟਿਕਲੀ, ਜਿਹੜਾ ਸਾਨੂੰ ਸੰਵਿਧਾਨ ਨੇ ਅਧਿਕਾਰ ਦਿੱਤਾ, ਪੀਸਫੁਲ ਰਹਿ ਕੇ ਅਸੀਂ ਐਜੀਟੇਸ਼ਨ ਲੜਨ ਦਾ ਜਿਹੜਾ ਤਰੀਕਾ ਅਖਤਿਆਰ ਕੀਤਾ, ਇਹਦੇ ਵਿੱਚ ਨੈਕਸਟ ਸਟੈਪ ਅਸੀਂ ਕੋਈ ਕਾਲ ਵਿੱਚ ਨਹੀਂ ਲੈਂਦੇ, ਹਰ ਸਟੈਪ ਸੋਚ ਸਮਝ ਕੇ ਵਿਚਾਰ ਕੇ ਲੈਂਦੇ ਹਾਂ। ਫਿਲਹਾਲ ਅਸੀਂ 1 ਹਫ਼ਤੇ ਲਈ ਵਰਕਰਾਂ ਨੂੰ ਕਿਹਾ ਵੀ ਸਾਰੇ ਪੰਜਾਬ ਵਿੱਚ 2 ਨਾਅਰੇ, ਹਰ ਜਿਹੜੀ ਸੜਕ ਜਾਂਦੀ ਹੈ, ਰਸਤਾ ਜਾਂਦਾ ਪਿੰਡ 'ਚ ਵੜਦਾ, ਕਿਸੇ ਪਾਸੇ 4 ਰਾਹ ਨੇ, 6 ਰਾਹ ਨੇ, ਸਾਹਮਣੇ ਪਿੰਡ ਵੜਦੇ ਨੂੰ ਪਤਾ ਲੱਗ ਜੇ ਨਰਿੰਦਰ ਮੋਦੀ ਕਿਸਾਨ ਵਿਰੋਧੀ, ਇੱਕ ਨਾਅਰਾ ਤਾਂ ਇਹ ਲਿਖ ਦਿਓ। ਇੱਕ ਲਿਖ ਦਿਓ ਜਿਹੜਾ ਕਿਸਾਨ ਨਾਲ ਖੜੂ ਉਹੀ ਪਿੰਡ ਵਿੱਚ ਪੜੂ। 1 ਹਫ਼ਤੇ 'ਚ ਸਾਰੇ ਪੰਜਾਬ 'ਚ ਅਸੀਂ ਕੰਧਾਂ ਤੇ ਪਿੰਡਾਂ 'ਚ ਇਹ ਨਾਅਰੇ ਲਿਖ ਦੇਣੇ ਨੇ। ਔਰ ਉਹ ਤੋਂ ਬਾਅਦ ਇੱਕ ਸਾਡਾ ਇਹ ਵੀ ਫੈਸਲਾ ਹੈ ਬਈ ਪਾਰਲੀਮੈਂਟ ਦਾ ਸੈਸ਼ਨ ਚੱਲ ਰਿਹਾ, ਅਸੀਂ ਕਿਹਾ ਵੀ ਜਿਹੜਾ ਵੀ MP ਪੰਜਾਬ ਤੋਂ ਹੋ ਕੇ, ਪੰਜਾਬ ਦਾ ਅੰਨ ਪਾਣੀ ਖਾ ਕੇ, ਜੇ ਉੱਥੇ ਆਰਡੀਨੈਂਸ ਦੇ ਹੱਕ 'ਚ ਵੋਟ ਪਾਉਂਦਾ ਹੈ ਜਾਂ ਐਬਸੈਂਟ ਹੁੰਦਾ ਹੈ, ਉਹਨੂੰ ਵੀ ਅਸੀਂ ਹੱਕ 'ਚ ਸਮਝਦੇ ਹਾਂ, ਉਹਨੂੰ ਅਸੀਂ ਪੰਜਾਬ 'ਚ ਨਹੀਂ ਫਿਰ ਟਿਕਣ ਦਿੰਦੇ। ਐਬਸੈਂਟ ਵੀ ਨਹੀਂ ਬਰਦਾਸ਼ਤ ਨਾ, ਐਬਸੈਂਟ ਉਹ ਇਨਡਾਇਰੈਕਟ ਸਪੋਰਟ ਹੈ, ਐਬਸੈਂਟ ਇਨਡਾਇਰੈਕਟ। ਤਾਂ ਇਸ ਕਰਕੇ ਅਸੀਂ ਇਹ ਵੀ ਫੈਸਲਾ ਕੀਤਾ ਵੀ ਉਹਨਾਂ ਨੂੰ ਅਸੀਂ ਫਿਰ ਪਿੰਡ 'ਚ ਨਹੀਂ ਪੜਨ ਦਿਆਂਗੇ ਕਿਤੇ, ਤਾਂ ਉਹਨਾਂ ਦਾ ਇੱਥੇ ਵੀ ਜਿਉਣਾ ਹਰਾਮ ਕਰਾਂਗੇ। ਕਿਉਂਕਿ ਪੰਜਾਬ ਮੋਢੀ ਹੈ ਜੀ ਹਰੇ ਇਨਕਲਾਬ ਦਾ। ਇੱਕ ਬਦਕਿਸਮਤੀ ਇਹ ਹੈ ਵੀ ਅਸੀਂ ਛੋਟੀ ਸਟੇਟ ਹੈ, ਅੱਜ ਪੋਲੀਟੀਕਲ ਜਿਹੜੇ ਹੈਗੇ ਨਾ ਨੋਰਮਸ ਉਹ ਬਦਲ ਗਏ, ਅਸੂਲ ਬਦਲ ਗਏ। ਕੋਈ ਵੇਲਾ ਸੀ, ਮੈਨੂੰ ਯਾਦ ਹੈ, ਜਦੋਂ ਅਸੀਂ PL 480 ਹੇਠ ਅਨਾਜ ਲਿਆਉਂਦੇ ਸੀ, ਉਹ PV 18 ਵਰਗੀ ਲਾਲ ਰੰਗ ਦੀ ਆਟੇ ਵਾਲੀ ਕਣਕ ਲਿਆਉਂਦੇ ਸੀ ਅਮਰੀਕਾ ਤੋਂ, ਆਪਣੀਆਂ ਸ਼ਰਤਾਂ ਤੇ ਦਿੰਦਾ ਸੀ। ਤੇ ਉਸ ਵੇਲੇ ਲਾਲ ਬਹਾਦਰ ਸ਼ਾਸਤਰੀ ਪ੍ਰਧਾਨ ਮੰਤਰੀ ਸੀ, ਉਹਨਾਂ ਨੇ ਇੱਕ ਨਾਅਰਾ ਦਿੱਤਾ ਸੀ, ਬੱਸਾਂ ਵਿੱਚ ਪਲੇਟਾਂ ਲੱਗੀਆਂ ਹੁੰਦੀਆਂ ਸੀ, ਪ੍ਰੋਡਿਊਸ ਔਰ ਪੈਰਿਸ਼, ਕਿਸਾਨਾਂ ਨੂੰ ਜਾਂ ਪੈਦਾ ਕਰੋ ਨਹੀਂ ਮਰ ਜਾਓ। ਅਸੀਂ ਉਹ ਚੈਲੰਜ ਕਬੂਲ ਕੀਤਾ। ਉਹਨੇ ਇੱਕ ਕਾਲ ਦਿੱਤੀ ਸੀ ਵੀ ਦੇਸ਼ ਵਾਸੀਓ, ਅੰਨ ਹੈ ਨਹੀਂ, ਬੜਾ ਮਿੰਨਤਾਂ ਕਰਕੇ ਲਿਆਉਂਦੇ ਆ, ਹਫ਼ਤੇ 'ਚ 1 ਡੰਗ ਹੋਟਲ ਵੀ ਬੰਦ ਰਹਿਣਗੇ, ਘਰਾਂ 'ਚ ਵੀ ਖਾਣਾ ਨਾ ਬਣਾਓ। ਇਹ ਪੰਜਾਬ ਹੈ, ਇਹ ਕਿਉਂ ਚੁਣਿਆ ਗਿਆ ਜੀ? ਮੈਨੂੰ ਯਾਦ ਹੈ, ਮੈਂ ਨਾਂ ਨਹੀਂ ਲਾਂਗਾ ਕੋਈ ਸਾਇੰਟਿਸਟਾਂ ਦਾ, ਉਹਨਾਂ ਨੇ ਮੈਨੂੰ ਆਪ ਦੱਸਿਆ ਉਹਨਾਂ ਨੇ ਵੀ ਜਦੋਂ ਇੰਦਰਾ ਗਾਂਧੀ ਅਮਰੀਕਾ ਤੋਂ ਆਈ, ਸਾਨੂੰ ਬੁਲਾ ਕੇ ਪੁੱਛਿਆ ਬਈ ਮੇਰਾ ਸਿਰ ਅਮਰੀਕਾ ਹੇਠੋਂ ਕੱਢ ਸਕਦੇ ਹੋ? ਬੜੀ ਗੁੱਸੇ ਸੀ। ਕਹਿੰਦੇ ਅਸੀਂ ਕਿ ਮੈਡਮ ਕੀ ਹੋਇਆ? ਕਹਿੰਦੇ ਵੀ ਬੜਾ ਜ਼ਲੀਲ ਕਰਦਾ ਅਮਰੀਕਾ ਜਦੋਂ ਅੰਨ ਲੈ ਕੇ ਆਉਣੀ ਆ, ਅੰਨ ਤੇ ਬਿਨਾਂ ਸਰਦਾ ਨਹੀਂ, ਦੇਸ਼ ਨੂੰ ਸੈਲਫ ਸਫੀਸ਼ੀਐਂਟ ਨਹੀਂ ਬਣਾ ਸਕਦੇ। ਕਹਿੰਦੇ ਅਸੀਂ 4 ਦਿਨ ਦਾ ਸਮਾਂ ਮੰਗਿਆ, ਉਹ ਤੋਂ ਬਾਅਦ ਸੋਚਿਆ, ਫਿਰ ਇੱਕ ਰਿਪੋਰਟ ਤਿਆਰ ਕਰਕੇ ਲੈ ਗਏ। ਅਸੀਂ ਕਿਹਾ ਵੀ ਆਹ ਕੁਝ ਚਾਹੀਦਾ। ਅਸੀਂ ਉਹਦੇ ਵਿੱਚ ਦੇਖਿਆ ਵੀ ਪੰਜਾਬ ਇੱਕ ਐਸੀ ਧਰਤੀ ਹੈ ਜਿਹੜੀ ਫਰਟਾਈਲ ਹੈ, ਇੱਥੇ ਕਲਾਈਮੇਟ ਵੀ ਸੂਟੇਬਲ ਹੈ, ਇੱਥੇ ਦਾ ਜਿਹੜਾ ਕਿਸਾਨ ਹੈ ਬਹੁਤ ਮਿਹਨਤੀ ਔਰ ਟੈਕਨੋਲੋਜੀ ਓਰੀਐਂਟਡ ਹੈ, ਬੜਾ ਛੇਤੀ ਪੜ੍ਹਦਾ ਟੈਕਨੋਲੋਜੀ ਨੂੰ। ਤੇ ਇੱਥੇ ਫਿਰ ਹਰੇ ਇਨਕਲਾਬ ਦੀ ਸ਼ੁਰੂਆਤ ਲਈ PAU ਬਣੀ, ਇਹਨੇ ਸਾਨੂੰ ਨਵੀਆਂ ਟੈਕਨੀਕਾਂ ਦਿੱਤੀਆਂ। ਪੰਜਾਬ ਨੇ, ਤੁਸੀਂ ਹੈਰਾਨ ਹੋਗੇ, 66-67 ਤੋਂ ਭਾਵ ਮਿਥਣ ਲੱਗੇ ਨੇ ਸਰਕਾਰ ਵਾਲੇ, 70 ਤੱਕ ਅਸੀਂ ਵੀ ਫੂਡ ਸਰਪਲਸ। ਔਰ 70 'ਚ ਯੂਨੀਅਨ ਕਿਉਂ ਬਣੀ ਸੀ? ਕਿਉਂਕਿ 71 'ਚ ਅਗਲੇ ਸਾਲ ਵਾਸਤੇ ਕਣਕ ਦਾ ਭਾਅ ਘਟਾਉਣ ਲੱਗੀ ਸੀ ਸਰਕਾਰ। 76 ਰੁਪਏ ਭਾਅ ਹੁੰਦਾ ਸੀ, ਡਿਕਲੇਅਰ ਕਰਤਾ ਵੀ ਅਗਲੀ ਵਾਰੀ 71 ਰੁਪਏ ਹੋ। ਆਪ ਮੁਹਾਰਾ ਵਿਰੋਧ ਹੋਇਆ, ਉਹਦੇ ਵਿੱਚੋਂ ਯੂਨੀਅਨ ਪੈਦਾ ਹੋ ਗਈ। ਤੋ ਪੰਜਾਬ ਨੇ ਦੇਸ਼ ਦਾ ਅੰਨ ਭੰਡਾਰ ਇੰਨਾ ਭਰਿਆ, ਔਰ ਇੱਕ ਜਿਹੜਾ ਕੋਈ ਇਹ ਸਾਡਾ ਕੁਦਰਤ ਦਾ ਬਖਸ਼ਿਆ ਹੋਇਆ ਸੋਰਸ ਜਿਹੜਾ, ਉਹਨੂੰ ਕੋਈ ਕਿਸੇ ਗਿਣਦਾ ਨਹੀਂ, ਕਿਸੇ ਹਿਸਾਬ 'ਚ ਨਹੀਂ, ਬਹੁਤ ਵੈਲਿਊਏਬਲ ਪਾਣੀ, ਮਿੱਠਾ ਪਾਣੀ, ਇਹ ਮੁਕਾ ਲਿਆ। ਇਹ ਐਜੀਟੇਸ਼ਨ ਹੁਣ ਜਾਰੀ ਰਹੂਗਾ? ਕੀ ਹੋਊਗੀ ਇਹਦੀ ਰੂਪਰੇਖਾ ਕੀ ਹੈ ਅੱਗੇ? ਐਜੀਟੇਸ਼ਨ ਬੰਦ ਨਹੀਂ ਹੋਣੀ। ਐਕਟ ਪਾਸ ਵੀ ਹੋ ਗਏ, ਐਡਾ ਸੌਖਾ ਨਹੀਂ ਅਸੀਂ ਇਹਨੂੰ ਇੰਪਲੀਮੈਂਟ ਨਹੀਂ ਹੋਣ ਦਿੰਦੇ। ਔਰ ਇਹ ਐਜੀਟੇਸ਼ਨ ਉਸ ਦਿਨ ਤੱਕ ਜਾਰੀ ਰਹੂ ਜਿਸ ਦਿਨ ਤੱਕ ਇਹ ਵਿਡਰਾ ਨਹੀਂ ਹੁੰਦਾ ਸਾਰਾ ਕੁਝ, ਕਿਉਂਕਿ ਦੇਸ਼ ਦੇ ਹਿੱਤ ਵਿੱਚ ਇਹ ਹੈ, ਕਿਸਾਨਾਂ ਦੇ ਹਿੱਤ 'ਚ ਇਹ ਹੈ। 80% ਕਾਰਪੋਰੇਟਸ ਨੂੰ ਵੜਨ ਨਹੀਂ ਦਿਓਗੇ ਪੰਜਾਬ? ਅਸੀਂ ਨਹੀਂ ਵੜਨ ਦਿੰਦੇ ਉਹਨਾਂ ਨੂੰ, ਜੋ ਮਰਜ਼ੀ ਕਰਨਾ ਪਏ। ਇਹਦਾ
ਇਹ ਪੰਜਾਬ 'ਚ ਹੀ ਨਹੀਂ, ਸਾਰੇ ਪ੍ਰਾਈਵੇਟ ਦੇਸ਼ 'ਚ ਮੰਡੀ ਨਹੀਂ ਕੋਈ ਆਉਣ ਦੇਣੀ। ਤੁਸੀਂ ਮੱਧ ਪ੍ਰਦੇਸ਼ ਵਿੱਚ ਕਿਸਾਨਾਂ ਨੇ ਉੱਥੇ ਦੇ ਚੀਫ ਮਿਨਿਸਟਰ ਨੂੰ ਆਰਡੀਨੈਂਸਿਸ ਦੇ ਇਸ਼ੂ ਤੇ ਬੋਲਣ ਨਹੀਂ ਦਿੱਤਾ, ਭਜਾਤਾ ਕੱਟ ਚੋਂ। ਇਹਦਾ ਮਤਲਬ ਉੱਥੇ ਵੀ ਖੜੇ ਨੇ। ਤਾਮਿਲਨਾਡੂ ਦੇ ਕਿਸਾਨ ਉੱਥੇ ਵਿਰੋਧ ਕਰ ਰਹੇ ਨੇ, ਕਰਨਾਟਕ ਦੇ ਵਿਰੋਧ ਕਰ ਰਹੇ ਨੇ, ਉੱਥੇ ਰੋਜ਼ ਬੈਂਗਲੌਰ 'ਚ ਮੁਜ਼ਾਹਰੇ ਹੋ ਰਹੇ ਨੇ। ਪਰ ਕੀ ਇਕੱਠਾ ਹੋਊਗਾ ਪੂਰੇ ਦੇਸ਼ ਦਾ ਕਿਸਾਨ? ਇਹ ਇੱਕ ਆਉਣ ਵਾਲੇ ਸਮੇਂ 'ਚ ਜਥੇਬੰਦੀਆਂ ਦੀ ਤਾਂ ਅਸੀਂ ਪੰਜਾਬ 'ਚ ਦੇਖਿਆ ਕਿ ਜਥੇਬੰਦੀਆਂ ਹੀ ਇਕੱਠੀਆਂ ਨਹੀਂ ਹੁੰਦੀਆਂ, ਇੱਕ ਦੂਜੇ ਦੇ ਨਿੱਜੀ ਮਫਾਦ ਜਿਹੜੇ ਹੈ ਉਹ ਅਕਸਰ ਰਹਿੰਦੇ ਆ। ਬਿਲਕੁਲ ਸਮਾਂ ਬਦਲ ਗਿਆ, ਅੱਜ ਕੁਝ ਇਸ ਤਰ੍ਹਾਂ ਦਾ ਵੀ ਹੋ ਗਿਆ, ਇੱਕ ਫੈਸ਼ਨ ਹੋ ਗਿਆ ਵੀ ਜਥੇਬੰਦੀ ਬਣਾ ਲਓ, ਬਣਾ ਕੇ ਕੋਈ ਪੋਲੀਟੀਕਲੀ ਕੋਈ ਹੱਥ ਮਾਰ ਲੂ ਤੇ ਉੱਥੋਂ ਕੁਛ ਆਪਣਾ ਨਿੱਜੀ ਗੇਨ ਕਰ ਲਓ। ਇਦਾਂ ਫੈਸ਼ਨ ਹੋ ਗਿਆ, ਜਣਾ ਖਣਾ ਜਥੇਬੰਦੀਆਂ ਖੜੀ ਕਰੀ ਜਾ ਰਿਹਾ। ਪਰ ਫਿਰ ਵੀ ਐਨੀ ਹੋ, ਫਿਰ ਵੀ ਅਸੀਂ ਉਹ ਲੋਕ ਆ ਪੰਜਾਬ ਚੋਂ ਜਿਨ੍ਹਾਂ ਨੇ ਸਾਰੇ ਦੇਸ਼ ਦੇ ਵਿੱਚੋਂ ਜਾ ਕੇ ਲੀਡਰਾਂ ਨੂੰ ਕੱਢ ਕੇ ਘਰਾਂ ਚੋਂ ਅਸੀਂ ਉਹਨਾਂ ਨੂੰ ਨੈਸ਼ਨਲ ਲੈਵਲ ਤੇ ਉਭਾਰਿਆ। ਸ਼ਰਦ ਜੋਸ਼ੀ ਨੂੰ ਧੂਲੀਆ ਤੋਂ ਅਸੀਂ ਗਏ, ਉਹਨੂੰ ਲੈ ਕੇ ਆਏ। ਨਾਰਾਇਣ ਸਵਾਮੀ ਨਾਇਡੂ ਨੂੰ, ਜਿਹਨੂੰ ਅਸੀਂ ਪਹਿਲਾ ਪ੍ਰਧਾਨ ਬਣਾਇਆ ਆਲ ਇੰਡੀਆ ਦਾ, ਉਹਨੂੰ ਤਾਮਿਲਨਾਡੂ ਤੋਂ ਲੈ ਕੇ ਆਏ। ਪ੍ਰੋਫੈਸਰ ਨੰਜੂਦਾ ਸਵਾਮੀ ਨੂੰ ਕਰਨਾਟਕ ਤੋਂ, ਚੌਧਰੀ ਮਹਿੰਦਰ ਸਿੰਘ ਟਕੈਤ ਨੂੰ ਯੂਪੀ ਤੋਂ। ਇਹ ਸਾਰੇ ਜਿਹੜੇ ਨਾਮਵਰ ਲੀਡਰ ਨੇ ਸਾਰੇ ਅਸੀਂ ਕੱਢੇ ਸੀ ਤੇ ਇਹ ਸਾਤੋਂ ਬਾਅਦ ਦੀਆਂ ਗੱਲਾਂ ਨੇ, ਬਾਅਦ 'ਚ ਤੁਰੇ ਨੇ। ਤੇ ਮੈਨੂੰ ਜਿੰਨੀਆਂ ਮਰਜ਼ੀ ਜਥੇਬੰਦੀਆਂ ਹੋ ਗਈਆਂ, ਜਦੋਂ ਹੁੰਦਾ ਨਾ ਉਪਰਾਲਾ ਬਈ ਇਕੱਠੇ ਹੋਵੋ, ਤਾਂ ਉਹਦੇ ਵਿੱਚ ਚਾਹੇ ਕੋਈ ਕਰੇ, ਜਿਹੜੇ ਪੁਰਾਣੇ ਪੰਜਾਬ ਦੇ ਲੀਡਰ ਨੇ ਇਹਨਾਂ ਦੀ ਕੋਸ਼ਿਸ਼ ਹੁੰਦੀ ਹੈ ਇਹ ਸਾਰਿਆਂ ਨੂੰ ਪਿਆਰ ਨਾਲ, ਕਿਸੇ ਨੂੰ ਘੂਰ ਕੇ, ਕਿਸੇ ਨੂੰ ਕੁਝ ਬਈ ਦੇਸ਼ ਦੇ ਇੰਟਰਸਟ ਤੁਹਾਡੇ ਨਿੱਜ ਨਾਲੋਂ ਜ਼ਿਆਦਾ ਭਾਈ ਦੇਸ਼ ਜ਼ਿਆਦਾ ਜ਼ਰੂਰੀ ਹੈ, ਇਕੱਠੇ ਕਰ ਲੈਂਦੇ ਨੇ। ਅੱਜ ਹੁਣ ਕੋਈ ਕਹਿੰਦਾ ਸਾਡੀ 250 ਜਥੇਬੰਦੀ ਹੈ, ਕੋਈ ਕਹਿੰਦਾ ਸਾਡੀਆਂ 282 ਨੇ। ਹੁਣ ਸਾਰੇ ਹੁਣ ਉਹ ਸਮਾਂ ਕਿ ਆਉਣਾ ਪੈਣਾ, ਅੱਜ ਨਿੱਜੀ ਸਵਾਰਥਾਂ ਨੂੰ ਛੱਡ ਕੇ ਇਕੱਠੇ ਹੋ ਕੇ ਸੜਕਾਂ ਤੇ ਵੀ ਆਉਣਾ ਪੈਣਾ, ਦਿੱਲੀ ਤੱਕ ਜਾਣਾ ਪਿਆ ਉੱਥੇ ਵੀ ਜਾਣਾ ਪੈਣਾ। ਰਸਤਾ ਹੀ ਕੋਈ ਨਹੀਂ। ਅੱਜ ਜਿਹੜਾ ਬੰਦਾ ਇਸ ਏਕਤਾ ਤੋਂ ਦੂਰ ਹੋਊਗਾ ਉਹ ਲੋਕਾਂ ਵਿੱਚ ਮਰ ਜਾਊ, ਬੜੀ ਸਿੱਧੀ ਗੱਲ ਹੈ। ਔਰ ਇਹ ਨੈਸ਼ਨਲ ਲੈਵਲ ਤੇ ਹੀ ਅੱਜ ਕਿਸਾਨ ਜਥੇਬੰਦੀਆਂ ਜਿੰਨੀਆਂ ਵੀ ਨੇ, ਚਾਹੇ 200 250 300 ਜਿੰਨੀ ਵੀ ਹੈ, ਹਰ ਜਥੇਬੰਦੀ ਵਿਰੋਧ ਕਰ ਰਹੀ ਹੈ ਆਰਡੀਨੈਂਸਿਸ ਦਾ। ਹੁਣ ਵਿਰੋਧ ਕਰਨ ਦਾ ਆਪੋ ਆਪਣਾ ਤਰੀਕਾ ਹੈ, ਇਹਨੂੰ ਸਾਨੂੰ ਕੰਸੋਲੀਡੇਟ ਕਰਨਾ ਪਊ, ਸਾਰੀ ਤਾਕਤ ਨੂੰ ਇਕੱਠੀ ਕਰਨਾ ਪਊ, ਦਿੱਲੀ ਦੇ ਉੱਤੇ ਕੇਂਦਰਿਤ ਕਰਨਾ ਪਊ। ਪਰ ਜਿਹੜਾ ਸਿਆਸਤਦਾਨ ਨਹੀਂ ਉੱਥੇ ਸਾਥ ਦੇਊ ਪਾਰਲੀਮੈਂਟ 'ਚ, ਉਹਨੂੰ ਵੜਨ ਨਹੀਂ ਦਿਓ, ਉਹਨੂੰ ਵੜਨ ਨਹੀਂ ਦਿਆਂਗੇ। ਉਹ ਤਾਂ ਅਸੀਂ ਪੰਜਾਬ ਦਾ ਫੈਸਲਾ ਹੀ ਕੀਤਾ ਹੋਇਆ ਨਾ, ਇੱਥੇ ਤਾਂ ਅਸੀਂ ਵੜਨ ਨਹੀਂ ਦਿੰਦੇ। ਲੋਕਾਂ ਨੇ ਤਾਂ ਲਿਖਣਾ ਸ਼ੁਰੂ ਕਰਤਾ, ਕਈ ਪਿੰਡਾਂ 'ਚ ਤਾਂ ਬੋਰਡ ਲਿਖ ਵੀ ਦਿੱਤੇ। ਔਰ ਇਹ ਮੈਸੇਜ ਤੁਹਾਡਾ ਕਾਰਪੋਰੇਟ ਘਰਾਣਿਆਂ ਤੱਕ ਵੀ ਜਾਂਦਾ ਹੈ ਕਿ ਤੁਹਾਨੂੰ ਕਲਸਟਰ ਬਣਾਉਣ ਨਹੀਂ ਦੇਣੇ ਇੱਥੇ, ਭਾਵੇਂ ਤੁਸੀਂ ਉੱਥੇ ਬਿੱਲ ਪਾਸ ਕਰਾ ਲਿਆ ਜਾਏ। ਉਹਨਾਂ ਨੂੰ ਸਭ ਪਤਾ, ਬੜੇ ਤੇਜ਼ ਨੇ ਉਹ ਲੋਕ। ਉਹ ਤਾਂ ਉਹਨਾਂ ਦੀ ਅੱਖ ਤਾਂ ਇਹਨਾਂ ਪੋਲੀਟੀਸ਼ੀਅਨਾਂ ਨੂੰ ਤਾਂ ਉਹ ਚਾਰਦੇ ਨੇ ਰੋਜ਼। ਉਹਨਾਂ ਨੂੰ ਪਤਾ ਹੈ ਉਹਨਾਂ ਦੇ ਜਿਹੜਾ ਹੈਗਾ ਟੁਕੜਿਆਂ ਤੇ ਪੋਲੀਟੀਸ਼ੀਅਨ ਪੜਦਾ, ਪੈਸਾ ਉਹ ਦਿੰਦੇ ਨੇ ਇਲੈਕਸ਼ਨ ਲੜਨ ਵਾਸਤੇ। ਤੇ ਪੈਸੇ ਤੇ ਇਹ ਕਹਿੰਦੇ ਨੇ, ਮੋਦੀ ਜੀ ਨੂੰ ਇੱਕ ਹੋਰ ਵਹਿਮ ਹੈ, ਉਹ ਹਿੰਦੂ ਬਹੁਤ ਕਰਦੇ ਨੇ। ਪਤਾ ਲੱਗੂ, ਅਸੀਂ ਸੋਚਣਾ ਸ਼ੁਰੂ ਕਰਤਾ ਵੀ ਜੇ ਇਹਨੂੰ ਇਹੀ ਬੁਖਾਰ ਹੈ ਤਾਂ ਬਿਹਾਰ 'ਚ ਦਿਖਾ ਦਈਏ ਇਹਨੂੰ। ਸਭ ਸਾਰੀਆਂ ਜਥੇਬੰਦੀਆਂ ਨੂੰ ਕਹਾਂਗੇ ਵੀ ਚਲੋ ਬਿਹਾਰ ਸੰਭੋ, ਇੱਕ ਹਲਕਾ ਬੈਠੋ, ਆਪਣੇ ਭਾਈਚਾਰੇ ਨੂੰ ਕਰੋ ਤਿਆਰ, ਪਤਾ ਲੱਗ ਜੂ ਵੀ ਕੀ ਹੁੰਦਾ। ਤਾਂ ਬਹੁਤ ਪਾਸੇ ਸੋਚ ਚੱਲ ਰਹੀ ਹੈ। ਪਰ ਇੱਕ ਇਹਦਾ ਜਿਹੜੀ ਕੁੱਲ ਮਿਲਾ ਕੇ ਜਿਹੜੇ ਇਹ ਸੋਚ ਜਿੰਨੀ ਅਲੱਗ-ਅਲੱਗ ਥਾਂ ਤੇ ਚੱਲ ਰਹੀ ਹੈ, ਕੁੱਲ ਮਿਲਾ ਕੇ ਇਹ ਹੈ ਵੀ ਇਹਦਾ ਵਿਰੋਧ ਹੋ ਰਿਹਾ, ਇਹਨੂੰ ਕਿਸੇ ਨੇ ਬਰਦਾਸ਼ਤ ਨਹੀਂ ਕਰਨਾ। ਬਹੁਤ ਧੰਨਵਾਦ, ਤੁਸੀਂ ਸਮਾਂ ਦਿੱਤਾ, ਬਹੁਤ ਸ਼ੁਕਰੀਆ। ਬਹੁਤ ਮਿਹਰਬਾਨੀ। ਇਸ ਪੇਸ਼ਕਸ਼ 'ਚ ਇੰਨਾ ਹੀ, ਇਜਾਜ਼ਤ ਦਿਓ। ਪਰਵਿੰਦਰ ਸਿੰਘ ਤੇ ਗਗਨ ਦੇ ਨਾਲ ਸਿਮਰਨਜੋਤ ਸਿੰਘ, ਧੰਨਵਾਦ।